ਜਾਂਦਾ 2 ਰੇਜ਼ ਟੂ ਪਾਵਰ 2 ਕਰਾਂਗੇ ਤੇ ਸਾਡੇ ਕੋਲ 4 ਆ ਜਾਂਦਾ। ਇਹਦਾ ਮਤਲਬ ਕਿੰਨੀ ਇਨਪੁਟ ਪੋਸਿਬਿਲਿਟੀਜ਼ ਸਾਡੇ ਕੋਲ ਹੋ ਜਾਣਗੀਆਂ 4, ਜੋ ਕਿ ਮੈਂ ਇਹਦੇ ਵਿੱਚ ਆਲਰੇਡੀ ਹੁਣੇ ਤੁਹਾਨੂੰ ਦੱਸਿਆ ਹੈਗਾ। 4 ਪੋਸਿਬਿਲਿਟੀਜ਼ ਇਸ ਤਰ੍ਹਾਂ ਨਾਲ ਬਣਦੀਆਂ ਨੇ। ਹੁਣ ਮੈਂ ਕੇਸ 1 ਲੈ ਕੇ ਚੱਲਦਾ। ਮੰਨ ਲੈਂਦੇ ਆ ਪਹਿਲੇ ਕੇਸ ਦੇ ਵਿੱਚ ਕਿ ਸਾਡੇ ਕੋਲ ਜਿਹੜੀ ਕਲੌਕ, ਮੰਨ ਲਓ ਜਿਹੜਾ ਅਸੀਂ ਕਲੌਕ ਸਿਗਨਲ ਦਿੱਤਾ ਉਹ ਲੋ ਹੈ, ਤੇ ਐਸ ਆਰ ਦੀ ਕੋਈ ਵੀ ਐਸ ਆਰ ਹੈਵ ਐਨੀ ਵੈਲਿਊ, ਐਸ ਤੇ ਆਰ ਦੀ ਕੋਈ ਵੀ ਵੈਲਿਊ ਹੈਗੀ ਆ। ਇੱਥੇ ਮੈਂ ਕਲੌਕ ਪਲਸ ਜਿਹੜਾ ਲੋ, ਆ ਦੇਖੋ ਮੈਂ 0 ਕਰ ਦਿੱਤਾ, ਲੋ ਕਰ ਦਿੱਤਾ। ਜਦੋਂ ਕਲੌਕ ਪਲਸ ਲੋ ਕਰ ਦਿੱਤਾ, ਐਸ ਤੇ ਆਰ ਦੀ ਕੋਈ ਵੀ ਵੈਲਿਊ ਲੈ ਲੈਂਦੇ ਆ। ਮੰਨ ਲੈਂਦੇ ਐਸ ਦੀ ਵੈਲਿਊ ਹੈਗੀ ਇੱਥੇ 0 ਹੈ ਤੇ ਆਰ ਦੀ ਵੈਲਿਊ ਮੈਂ ਲੈ ਲੈਣਾ 1। ਕੋਈ ਵੀ ਵੈਲਿਊ ਲੈ ਸਕਦੇ ਆ, ਇੱਥੇ ਮੈਂ 1 ਲੈ ਲਾਂ, 0 ਲੈ ਲਾਂ, ਜਾਂ ਦੋਨੋਂ 1 1 ਲੈ ਲਾਂ, ਕੋਈ ਐਨੀ ਵੈਲਿਊ ਲੈ ਲਓ। ਮੈਂ 0 ਤੇ 1 ਲਈ ਆ, ਬਟ ਕਲੌਕ ਨੂੰ ਮੈਂ ਕੀ ਰੱਖਿਆ ਇੱਥੇ 0। ਫਿਰ ਦੇਖੋ ਕੇਸ 1 ਦੇ ਵਿੱਚ ਕੀ ਆ ਕਿ ਕਲੌਕ, ਇਫ ਕਲੌਕ ਇਜ਼ ਲੋ ਤੇ ਐਸ ਆਰ ਦੀ ਵੈਲਿਊ, ਐਸ ਆਰ ਹੈਵ ਐਨੀ ਵੈਲਿਊ, ਐਸ ਆਰ ਹੈਵ ਐਨੀ ਵੈਲਿਊ। ਹੁਣ ਦੇਖੋ ਇਹਦੇ ਵਿੱਚ ਕੀ ਹੋਏਗਾ ਕਿ ਜਦੋਂ ਇੱਥੇ ਸਾਡੇ ਕੋਲ ਅਸੀਂ ਐਸ ਦੀ ਵੈਲਿਊ 0 ਤੇ ਆਰ ਦੀ ਵੈਲਿਊ ਅਸੀਂ 1 ਰੱਖੀ ਆ, ਆਰ ਦੀ ਵੈਲਿਊ ਅਸੀਂ 1 ਰੱਖੀ ਹੈ, ਕਲੌਕ ਅਸੀਂ 0 ਹੈ, ਇਹਦਾ ਮਤਲਬ ਕਲੌਕ ਪਲਸ ਇੱਥੋਂ 0 ਗਈ, ਇੱਥੇ ਵੀ 0 ਆ, 0 0। ਜਦੋਂ ਦੋਨੋਂ ਇਨਪੁਟਸ 0 ਹੋਣਗੀਆਂ, ਮਤਲਬ ਨੈਂਡ ਗੇਟ ਦੀ ਇੱਕ ਵੀ ਇਨਪੁਟ 0 ਹੋ ਗਈ, ਇੱਥੇ ਦੋਨੋਂ 0 ਹੋ ਰਹੀਆਂ, ਇੱਕ ਵੀ ਇਨਪੁਟ 0 ਹੋ ਜਾਏ ਤੇ ਆਊਟਪੁੱਟ ਸਾਨੂੰ ਕੀ ਮਿਲਦੀ ਆ, ਹਾਈ ਮਿਲਦੀ ਹੈ। ਆਊਟਪੁੱਟ ਕੀ ਮਿਲਦੀ ਹੈ, ਹਾਈ 1 ਮਿਲੇਗੀ। ਸੇਮ ਵੇ ਨਾਲ ਸੈਕਿੰਡ ਦਾ ਅਸੀਂ ਦੇਖੀਏ, ਇੱਥੇ ਸਾਡੇ ਕੋਲ ਕਲੌਕ ਜਿਹੜਾ ਸਿਗਨਲ ਹੈ ਉਹ 0 ਆ ਰਿਹਾ, ਇਹ ਕੀ ਹੈ ਇੱਥੇ ਸਾਡੇ ਕੋਲ, ਇੱਥੇ ਅਸੀਂ 1 ਅਪਲਾਈ ਕੀਤਾ, 1 0। ਨੈਂਡ ਗੇਟ ਦੇ ਵਿੱਚ ਇੱਕ ਵੀ ਇਨਪੁਟ ਲੋ ਹੋਏਗੀ ਤਾਂ ਆਊਟਪੁੱਟ ਜਿਹੜੀ ਸਾਨੂੰ ਫਿਰ ਹਾਈ ਮਿਲੇਗੀ, ਫਿਰ ਸਾਨੂੰ ਹਾਈ ਮਿਲੇਗੀ। ਹੁਣ ਅਸੀਂ ਇੱਥੇ ਦੇਖ ਲੈਂਦੇ ਆ ਫੋਰ ਐਗਜ਼ਾਮਪਲ ਵੀ ਇੱਥੇ ਸਾਡੇ ਕੋਲ ਆਊਟਪੁੱਟ ਤੇ ਕੀ ਹੋਇਆ, ਪਹਿਲਾਂ 0 ਹੈ ਤੇ ਇੱਥੇ ਕੀ ਹੈਗਾ, ਜੇ 0 ਆ ਤੇ ਇੱਥੇ ਕੀ ਹੋਏਗਾ, ਸਾਡੇ ਕੋਲ 1 ਹੋਏਗਾ। ਮੰਨ ਲਓ ਆਲਰੇਡੀ ਜੋ ਸਾਡੇ ਕੋਲ ਸਟੋਰ ਹੈਗਾ ਡਾਟਾ ਉਹ ਕੀ ਹੈ, ਇੱਥੇ 0 ਆ ਤੇ ਇੱਥੇ 1 ਹੈ। ਹੁਣ ਆਹ ਵਾਲਾ 0 ਜਿਹੜਾ ਉਹ ਫੀਡਬੈਕ ਦੇ ਵਿੱਚ ਇਹਦੀ ਇਨਪੁਟ ਨੂੰ ਆ ਗਿਆ, ਇਹ ਵਾਲਾ 0 1 ਫਿਰ ਅਗੇਨ 0 1, ਇੱਕ ਵੀ 0 ਹੋ ਜਾਏਗੀ ਤੇ ਆਊਟਪੁੱਟ ਜਿਹੜੀ ਉਹ ਸਾਡੇ ਕੋਲ ਕੀ ਆਣੀ ਆ, ਹਾਈ ਆਏਗੀ। ਜਦੋਂ ਹਾਈ ਆਈ ਆ 1, ਫਿਰ ਜਿਹੜਾ ਉਹ ਪਹਿਲੇ ਗੇਟ ਦੀ ਇਨਪੁਟ ਨੂੰ ਜਾਏਗਾ, ਦੋਨੋਂ 1 1 ਹੋ ਗਏ ਤੇ ਇਹਦਾ ਮਤਲਬ ਕੀ ਆ ਗਿਆ, ਇੱਥੇ 0 ਆ ਜਾਏਗਾ ਸਾਡੇ ਕੋਲ। ਇਹਦਾ ਮਤਲਬ ਅਸੀਂ ਕੀ ਕਹਿ ਸਕਦੇ ਹਾਂ ਕਿ ਜਦੋਂ 0 ਸਟੋਰ ਸੀਗਾ, ਪਹਿਲਾਂ ਮੈਂ ਹੀ ਕਿਹਾ 0 ਸਟੋਰ ਹੈ, ਇੱਥੇ ਕੀ ਸਟੋਰ ਹੈਗਾ ਸਾਡੇ ਕੋਲ, 1 ਸਟੋਰ ਹੈ ਆਲਰੇਡੀ ਜੋ ਸਟੋਰ ਸੀਗਾ। ਤੇ ਐਸ ਤੇ ਆਰ ਦੀ ਵੈਲਿਊ ਕੋਈ ਵੀ ਲੈ ਲਈ, ਕਲੌਕ ਪਲਸ ਲੋ ਹੈ ਤੇ ਸਾਡੇ ਕੋਲ ਆਊਟਪੁੱਟ ਉਹੀ ਆ ਰਹੀ ਹੈ ਜੋ ਸਾਡੇ ਕੋਲ ਡਾਟਾ ਆਲਰੇਡੀ ਸਟੋਰ ਸੀਗਾ। ਇਹਦਾ ਮਤਲਬ ਸਾਡੇ ਕੋਲ ਇੱਥੇ ਵੀ 0 ਆਇਆ, ਇੱਥੇ ਵੀ 1 ਆਇਆ। ਹੁਣ ਮੈਂ ਥੋੜਾ ਚੇਂਜ ਕਰ ਰਿਹਾ, ਮੰਨ ਲੈਣਾ, ਅਸੀਂ ਮੰਨ ਲੈਂਦੇ ਕਿ ਇੱਥੇ ਸਾਡੇ ਕੋਲ 1 ਹੈਗਾ ਆਲਰੇਡੀ, ਇੱਥੇ ਸਾਡੇ ਕੋਲ ਕੀ ਹੈ, ਡਾਟਾ ਜੋ ਸਟੋਰ ਹੋਇਆ ਪਿਆ, ਇੱਥੇ ਮੈਂ ਕਹਿੰਦਾ ਨਾ 1 ਹੈ। ਜੇ 1 ਹੈ ਤਾਂ ਇਹਦਾ ਕੰਪਲੀਮੈਂਟ ਇੱਥੇ ਕੀ ਹੋਏਗਾ, 0। ਇਹਦਾ ਕੰਪਲੀਮੈਂਟ ਕੀ ਹੋਏਗਾ, 0। ਇੱਥੇ ਫਿਰ 0 ਹੋਏਗਾ। ਇਹ ਵਾਲਾ 0 ਜਿਹੜੀ ਆ, ਇਹ 0 ਜਿਹੜੀ ਹੈ ਆਊਟਪੁੱਟ ਇਹਦੀ ਇਨਪੁਟ ਨੂੰ ਜਾਏਗੀ। ਆ 0 1 ਮਤਲਬ ਕੀ ਹੋ ਜਾਏਗਾ, ਇੱਥੇ ਜਾ ਕੇ 0 1 ਦਾ ਮਤਲਬ ਕੀ ਹੋ ਗਿਆ, 1। 0 1 ਦਾ ਮਤਲਬ 1, ਕਿਉਂਕਿ ਇੱਕ ਵੀ ਇਨਪੁਟ ਨੈਂਡ ਗੇਟ ਦੀ ਲੋ ਹੋ ਜਾਏ ਤੇ ਆਊਟਪੁੱਟ ਸਾਨੂੰ ਹਾਈ ਮਿਲਦੀ ਹੈ। ਸੇਮ ਵੇ ਨਾਲ ਜਦੋਂ ਅਸੀਂ ਸੈਕਿੰਡ ਗੇਟ ਦੇਖਦੇ ਆ ਤੇ ਇੱਥੇ ਜਿਹੜੀ ਆ 0 ਆ ਉਹ ਅਸੀਂ ਇੱਥੇ ਇੰਪਲੀਮੈਂਟ ਕਰਤੀ ਹੈ, ਤੇ ਇਹ ਵਾਲਾ ਇੱਥੇ ਆਲਰੇਡੀ ਕੀ ਆ ਰਿਹਾ, ਸਾਡੇ ਕੋਲ 1 ਆ ਰਿਹਾ, ਤੇ ਆਹ ਵਾਲਾ ਜਿਹੜਾ 1 ਸੀਗਾ ਇੱਥੇ ਅਸੀਂ 1, ਆ 1 ਜਿਹੜਾ ਇੱਥੇ ਆ ਜਾਏਗਾ ਸਾਡੇ ਕੋਲ, ਇਸ ਇਨਪੁਟ ਤੇ ਆ ਜਾਏਗਾ 1 1, ਜਿਹੜਾ ਉਹ ਕੀ ਹੁੰਦਾ ਸਾਡੇ ਕੋਲ, ਉਹ ਹੁੰਦਾ 0 ਹੁੰਦਾ। ਇਹਦਾ ਮਤਲਬ ਫਿਰ ਸਾਡੇ ਕੋਲ ਕੀ ਆ ਗਿਆ, 0 ਆ ਗਿਆ। ਇਹਦਾ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਕਲੌਕ ਪਲਸ ਨੂੰ ਲੋ ਰੱਖਾਂਗੇ ਤੇ ਐਸ ਆਰ ਦੀ ਵੈਲਿਊ ਅਸੀਂ ਕੋਈ ਵੀ ਦੇ ਦਈਏ, ਇੱਥੇ ਅਸੀਂ 0 ਕਰ ਦਈਏ ਤੇ ਇੱਥੇ 1 ਕਰ ਦਈਏ, ਚਾਹੇ ਇੱਥੇ ਦੋਨਾਂ ਤੇ 0 0 ਕਰ ਦੋ, ਫਲਿਪ ਫਲੌਪ ਨੇ ਸਾਨੂੰ ਕੀ ਵੈਲਿਊ ਦੇਣੀ ਹੈ, ਜਦੋਂ ਅਸੀਂ ਫਲਿਪ ਫਲੌਪ ਨੂੰ ਔਨ ਕਰਾਂਗੇ ਤੇ ਵੈਲਿਊ ਜਿਹੜੀ ਅਸੀਂ ਕਲੌਕ ਪਲਸ ਲੋ ਰੱਖਾਂਗੇ ਤੇ ਐਸ ਆਰ ਦੀ ਵੈਲਿਊ ਅਸੀਂ ਕੋਈ ਵੀ ਦੇ ਦਾਂਗੇ ਤੇ ਫਲਿਪ ਫਲੌਪ ਜੋ ਸਾਡਾ ਇਸ ਤਰ੍ਹਾਂ ਨਾਲ ਸਾਨੂੰ ਜੋ ਪਹਿਲੀ ਵੈਲਿਊ ਉਹਦੇ ਤੇ ਪਈ ਆ ਉਹ ਸਾਡੀ ਉਹੀਓ ਵੈਲਿਊ ਸ਼ੋ ਕਰੇਗਾ, ਪ੍ਰੀਵੀਅਸ ਵੈਲਿਊ ਸ਼ੋ ਕਰੇਗਾ, ਜੋ ਕਿ ਮੈਂ ਟਰੁਥ ਟੇਬਲ ਦੇ ਵਿੱਚ ਸ਼ੋ ਕੀਤਾ ਪਿਆ ਕਿ ਕਲੌਕ ਜਦੋਂ ਲੋ ਹੈ ਤੇ ਐਸ ਆਰ ਦੀ ਵੈਲਿਊ ਡੋਂਟ ਕੇਅਰ ਦੇ ਵਿੱਚ ਹੈ। ਇਹਨੂੰ ਅਸੀਂ ਡੋਂਟ ਕੇਅਰ ਕਰ ਦਿੰਦੇ ਹਾਂ। ਡੋਂਟ ਕੇਅਰ ਮੀਨਸ ਐਨੀ ਵੈਲਿਊ, ਜਦੋਂ ਕ੍ਰੋਸ ਦਾ ਸਾਈਨ ਪੇਪਰ ਦੇ ਵਿੱਚ ਕਿਤੇ ਆ ਜਾਵੇ ਉਹਨੂੰ ਅਸੀਂ ਡੋਂਟ ਕੇਅਰ ਜੇ ਲਿਖਿਆ ਹੈ ਤੇ ਉਹਦਾ ਮਤਲਬ ਇਹ, ਡੋਂਟ ਕੇਅਰ ਦਾ ਮਤਲਬ ਐਨੀ ਵੈਲਿਊ, ਕੋਈ ਵੀ ਵੈਲਿਊ ਹੋ ਸਕਦੀ ਹੈ, 1 ਹੋ ਸਕਦੀ ਹੈ ਜਾਂ 0 ਹੋ ਸਕਦੀ ਹੈ। ਸਹੀ ਹੈ, ਮਤਲਬ ਜੋ ਮੈਮਰੀ ਸਟੇਟ ਦੇ ਵਿੱਚ ਰਹੀ ਹੈ, ਜੋ ਆਲਰੇਡੀ ਮੈਮਰੀ ਸੀਗੀ
ਜਾਂ ਆਲਰੇਡੀ ਜਿਹੜੀ ਫਲਿਪ ਫਲॉप ਜੋ ਸਟੋਰ ਕੀਤਾ ਸੀ ਸੇਮ ਸਟੇਟ ਦੇ ਵਿੱਚ ਹੀ ਰਹੇਗਾ। ਨੈਕਸਟ ਕੇਸ ਦੇ ਵਿੱਚ ਡਿਸਕਸ ਕਰ ਰਹੇ ਹਾਂ ਸੈਕਿੰਡ ਕੇਸ। ਸੈਕਿੰਡ ਕੇਸ ਦੇ ਵਿੱਚ ਮੈਂ ਮੰਨ ਲੈਣਾ ਕਿ ਕਲੌਕ ਨੂੰ ਅਸੀਂ ਹਾਈ ਕਰ ਦਿੰਨੇ ਆ, ਜਿਹੜੀ ਕਲੌਕ ਆ ਉਹ ਅਸੀਂ ਇੱਥੇ ਹੁਣ ਹਾਈ ਅਪਲਾਈ ਕਰ ਦਿੰਨੇ ਆ। ਜਦੋਂ ਕਲੌਕ ਹਾਈ ਅਪਲਾਈ ਕਰਾਂਗੇ ਤੇ ਐਸ ਆਰ ਨੂੰ ਮੈਂ ਕੀ ਕਰਤਾ, ਦੋਨਾਂ ਨੂੰ 0 ਕਰ ਦਿੱਤਾ। ਐਸ ਨੂੰ ਵੀ 0 ਕਰ ਦਿੰਨੇ ਆ ਤੇ ਆਰ ਨੂੰ ਵੀ 0 ਕਰ ਦਿੰਨੇ ਆ, ਆਰ ਨੂੰ ਵੀ 0 ਕਰ ਦਿੰਨੇ ਆ। ਹੁਣ ਇੱਥੇ ਦੇਖੋ ਜਦੋਂ 0 ਤੇ 1 ਹੈ, ਆ ਜਿਹੜਾ 1 ਕਲੌਕ ਪਲਸ ਜਦੋਂ 1 ਹੈ, ਇਹ ਵਾਲਾ 1 ਜਿਹੜਾ ਇੱਧਰ ਨੂੰ ਜਾਏਗਾ, ਸੇਮ ਵੇ ਨਾਲ 1 ਜਿਹੜਾ ਉਹ ਇੱਧਰ ਨੂੰ ਵੀ ਇਸ ਗੇਟ ਨੂੰ ਵੀ ਆਏਗਾ। ਆ 0 1 ਮੀਨਸ 1 ਤੇ 1 0 ਮੀਨਸ ਇੱਥੇ ਵੀ ਕੀ ਆ ਜਾਏਗਾ 1। ਮੰਨ ਲੈਂਦੇ ਆ ਫਿਰ ਇੱਥੇ ਸਾਡੇ ਕੋਲ ਆਲਰੇਡੀ ਜਿਹੜੀ ਇਨਪੁਟ ਆਊਟਪੁੱਟ ਜਿਹੜੀ ਸਟੋਰ ਹੋਈ ਹੈ ਉਹ 0 ਆ ਤੇ ਇੱਥੇ ਮੰਨ ਲੈਂਦੇ ਆ 1 ਹੈ। ਇਹ ਵਾਲਾ ਜਿਹੜਾ 0 ਆ ਇਹ ਆ 0 ਆ ਫੀਡਬੈਕ ਦੇ ਵਿੱਚ ਇਹਦੇ ਕੋਲ ਆਏਗਾ। ਜਦੋਂ ਇਹਦੇ ਕੋਲ ਆਏਗਾ ਤੇ ਇਹ 0 ਤੇ 1 ਹੋ ਗਈ, ਇਹਦੀ ਇੱਕ ਇਨਪੁਟ 1 ਹੈ, ਅੱਜ ਤੋਂ ਇਨਪੁਟ 1 ਆ ਰਹੀ ਹੈ, ਆ ਇਨ ਆ ਗਈ 1 ਹੋ ਗਈ ਤੇ 1 0 ਨੈਂਡ ਗੇਟ ਦੇ ਵਿੱਚ 0 1 ਦਾ ਮਤਲਬ ਕੀ ਹੁੰਦਾ 1 ਹੁੰਦਾ, ਇਹਦਾ ਮਤਲਬ 1 ਹੋ ਗਿਆ। ਆ 1 ਫਿਰ ਜਿਹੜਾ ਉਹ ਫੀਡਬੈਕ ਦੀ ਇਨਪੁਟ ਦੇ ਵਿੱਚ ਗਿਆ ਤੇ 1 1 ਮਤਲਬ ਕੀ ਹੁੰਦਾ 0 ਹੁੰਦਾ। ਇਹ ਥੋੜਾ ਕੁ ਨੋਟ ਕਰਨਾ ਪੈਣਾ ਕਿ ਨੈਂਡ ਗੇਟ ਦਾ ਸਾਨੂੰ ਟਰੂਥ ਟੇਬਲ ਕੀ ਸੀਗਾ ਕਿ ਜਦੋਂ ਦੋਨੋਂ ਇਨਪੁਟਸ ਹਾਈ ਹੋਣਗੀਆਂ ਤੇ ਆਊਟਪੁੱਟ ਸਾਡੀ ਲੋ ਮਿਲਦੀ ਹੈ। ਹਾਈ ਆਊਟਪੁੱਟ ਉਦੋਂ ਮਿਲਦੀ ਹੈ ਜਦੋਂ ਇੱਕ ਵੀ ਇਨਪੁਟ ਸਾਡੀ ਲੋ ਹੋ ਜੇ, ਇੱਕ ਵੀ ਇਨਪੁਟ ਇੱਥੇ ਜਿੱਦਾਂ ਲੋ ਆਈ, ਇੱਕ ਲੋ ਸੀਗੀ ਤੇ ਹਾਈ ਹੋ ਗਿਆ ਸੀ। ਹੁਣ ਅਸੀਂ ਫਿਰ ਕੀ ਦੇਖਿਆ, ਜੇ ਅਸੀਂ 1 ਸਟੋਰ ਸੀਗਾ ਸਾਡੇ ਕੋਲ ਤੇ ਆਊਟਪੁੱਟ ਸਾਡੀ ਫਿਰ ਕੀ ਆ ਰਹੀ ਆ 1। ਇੱਥੇ ਜੇ 0 ਸਟੋਰ ਕੀਤਾ ਸੀਗਾ ਤੇ ਇੱਥੇ 0, ਇਹਦਾ ਮਤਲਬ ਫਿਰ ਦੁਬਾਰਾ ਤੋਂ ਪ੍ਰੀਵੀਅਸ ਸਟੇਟ ਦੇ ਵਿੱਚ ਹੀ ਰਹੀ ਵੈਲਿਊ, ਜਿਹੜੀ ਉਹ ਮੈਮਰੀ ਸਟੇਟ ਦੇ ਵਿੱਚ ਹੀ ਰਹੀ, ਕੁਝ ਵੀ ਚੇਂਜ ਨਹੀਂ ਹੋਇਆ। ਸੈਕਿੰਡ ਸਟੇਜ ਨੂੰ ਮੈਂ ਦੇਖੋ, ਜੇ ਅਸੀਂ ਕਲੌਕ 1 ਕੀਤਾ ਹਾਈ ਕਰ ਦਿੰਨੇ ਆ, ਐਸ ਨੂੰ ਅਸੀਂ 0 ਕਰਤਾ ਤੇ ਆਰ ਨੂੰ ਵੀ 0 ਕੀਤਾ, ਦੈਨ ਫਿਰ ਵੀ ਕੀ ਰਹਿੰਦਾ ਸਾਡੇ ਕੋਲ ਆਊਟਪੁੱਟ ਜਿਹੜੀ ਆ ਉਹ ਪ੍ਰੀਵੀਅਸ ਸਟੇਟ ਦੇ ਵਿੱਚ ਹੀ ਸਾਡੇ ਕੋਲ ਫਲਿਪ ਫਲॉप ਜਿਹੜਾ ਉਹ ਸ਼ੋ ਕਰੇਗਾ। ਜੋ ਆਲਰੇਡੀ ਸਟੋਰ ਹੈ ਡਾਟਾ ਉਹੀਓ ਸ਼ੋ ਕਰੇਗਾ। ਨੈਕਸਟ ਥਰਡ ਕੇਸ ਹੈ ਕਿ ਕਲੌਕ ਅਸੀਂ ਹਾਈ ਰੱਖਾਂਗੇ ਫਿਰ ਤੇ ਐਸ ਨੂੰ ਮੈਂ 0 ਕਰ ਦਿੰਨਾ ਤੇ ਆਰ ਤੇ 1 ਕਰ ਦਿੰਨੇ ਆ, ਐਸ ਨੂੰ 0 ਕਰ ਦਿੰਨੇ ਆ, ਇੱਥੇ ਅਸੀਂ 0 ਇੱਥੇ 1 ਅਪਲਾਈ ਕਰ ਦਿੰਨੇ ਆ। ਕਲੌਕ ਜਿਹੜੀ ਆ ਉਹ 1 ਹੈ, ਕਲੌਕ ਹੀ ਹੈਗੀ ਆ 1, ਕਲੌਕ 1 ਇੱਥੇ ਅਸੀਂ ਅਪਲਾਈ ਕੀਤੀ ਤੇ ਸੇਮ ਵੇ ਨਾਲ ਕਲੌਕ ਸਿਗਨਲ ਜਿਹੜਾ ਹਾਈ ਜਿਹੜਾ ਉਹ ਇੱਧਰ ਨੂੰ ਵੀ ਆਏਗਾ। ਹੁਣ ਜਦੋਂ ਅਸੀਂ ਦੇਖਦੇ ਹਾਂ 0 1 0 1 ਤੇ ਇੱਥੇ ਆਊਟਪੁੱਟ ਇਹਨੇ ਕੀ ਦੇਣੀ ਹੈ ਸਾਨੂੰ 1 ਦੇਗਾ। ਜਦੋਂ 1 1 ਹੈ ਤੇ ਨੈਂਡ ਗੇਟ ਨੇ ਸਾਨੂੰ ਆਊਟਪੁੱਟ ਕੀ ਦੇਣੀ ਹੈ 0 ਦੇਣੀ ਆ। ਹੁਣ ਦੇਖੋ ਨੈਂਡ ਗੇਟ ਤੇ ਇੱਥੇ 0 ਆ ਰਹੀ ਹੈ, ਇੱਥੇ 1 ਆ ਰਹੀ ਹੈ। ਅਸੀਂ ਦੇਖਦੇ ਹਾਂ ਵੀ ਜਦੋਂ ਇੱਕ ਵੀ ਇਨਪੁਟ 0 ਹੋ ਜੇ ਨੈਂਡ ਗੇਟ ਦੀ, ਦੂਜੀ ਇਨਪੁਟ ਕੋਈ ਵੀ ਰਵੇ, ਜੇ ਇੱਕ ਵੀ ਇਨਪੁਟ 0 ਆ ਤੇ ਆਊਟਪੁੱਟ ਸਾਨੂੰ ਕੀ ਮਿਲਣੀ ਹੈ ਹਾਈ, ਆਊਟਪੁੱਟ ਕੀ ਮਿਲਦੀ ਹੈ ਸਾਨੂੰ ਹਾਈ। ਤੇ ਜਦੋਂ ਇਹ ਵਾਲਾ 1 ਜਿਹੜਾ ਵਾ ਉਹ ਫਿਰ ਅਸੀਂ ਇਹਦੀ ਇਨਪੁਟ ਨੂੰ ਅਪਲਾਈ ਕਰ ਦੇਵਾਂਗੇ, ਇਹਦੀ ਇਨਪੁਟ ਨੂੰ ਅਸੀਂ ਅਪਲਾਈ ਕਰਾਂਗੇ ਤੇ ਦੋਨੋਂ ਕੀ ਹੋ ਗਏ 1 1 1 1 ਦਾ ਮਤਲਬ ਕੀ ਹੋ ਗਿਆ 0। ਮੈਂ ਰਿਪੀਟ ਕਰ ਰਿਹਾ ਇਹਨੂੰ ਫਿਰ ਕਿ ਮੰਨ ਲਓ S0 ਹੈ ਤੇ R1 ਆ, ਜਦੋਂ S0 ਆ ਤੇ R1 ਆ ਤੇ ਕਲੌਕ ਪਲਸ ਅਸੀਂ ਹਾਈ ਅਪਲਾਈ ਕੀਤਾ, 0 1 ਦਾ ਮਤਲਬ ਨੈਂਡ ਗੇਟ ਦੇ ਵਿੱਚ ਇੱਕ ਵੀ 0 ਹੋ ਜੇ ਤਾਂ ਆਊਟਪੁੱਟ ਸਾਨੂੰ ਹਾਈ ਮਿਲੇਗੀ, ਹਾਈ ਮਿਲੀ ਹੈ ਆਊਟਪੁੱਟ। ਜਦੋਂ ਅਸੀਂ ਦੋਨੋਂ 1 1 ਹੈ ਇੱਥੇ ਤੇ ਇੱਥੇ ਸਾਨੂੰ ਆਊਟਪੁੱਟ ਲੋ ਮਿਲੇਗੀ। ਆਊਟਪੁੱਟ ਜਦੋਂ ਲੋ ਮਿਲੀ ਹੈ ਤੇ ਜਦੋਂ ਲੋ ਇੱਕ ਵੀ ਇੱਥੇ ਇਨਪੁਟ, ਹੁਣ ਅਸੀਂ ਇਹਨੂੰ ਇਨਪੁਟ ਦੇਖਣ ਦੀ ਲੋੜ ਹੀ ਨਹੀਂ ਹੈ, ਜੇ ਇੱਕ ਵੀ ਇਨਪੁਟ ਸਾਡੀ ਲੋ ਹੈ ਇਸ ਗੇਟ ਦੇ ਵਿੱਚ ਦੇਖੋ ਕਿ ਇੱਕ ਵੀ ਇਨਪੁਟ ਸਾਡੀ ਲੋ ਹੋ ਗਈ, ਇੱਥੇ ਲੋ ਆ ਵਾਲੀ ਇਹ ਵਾਲੀ ਆਊਟਪੁੱਟ ਕੀ ਹੈ, ਆਹ ਵਾਲੀ ਇਨਪੁੱਟ ਕੀ ਸਾਡੀ ਲੋ ਹੈ ਤੇ ਇਹਨੇ ਆਊਟਪੁੱਟ ਕੀ ਦੇ ਦੇਣੀ ਹੈ ਸਾਨੂੰ ਹਾਈ, ਕਿਉਂਕਿ ਇੱਕ ਵੀ ਇਨਪੁੱਟ ਨੈਂਡ ਗੇਟ ਦੀ ਲੋ ਹੈ ਤਾਂ ਆਊਟਪੁੱਟ ਹਾਈ ਹੋਏਗੀ। ਸੋ ਇਹ ਵਾਲਾ ਇੱਥੇ ਸਾਡੇ ਕੋਲ 1 ਆ ਜਾਏਗਾ, ਇਹ ਵਾਲਾ 1 ਦੁਬਾਰਾ ਅਸੀਂ ਇਹਨੂੰ ਫੀਡਬੈਕ ਦੇ ਵਿੱਚ ਇਸ ਗੇਟ ਨੂੰ ਦੇ ਦਾਂਗੇ, ਦੀ ਇਨਪੁੱਟ ਨੂੰ ਦੇ ਦਾਂਗੇ, ਇੱਥੇ ਆਲਰੇਡੀ 1 ਚੱਲ ਰਿਹਾ, ਇਹ 1 ਤੇ 1 ਕੀ ਹੋ ਜਾਏਗਾ 0। ਇਹਦਾ ਮਤਲਬ ਇਸ ਕੰਡੀਸ਼ਨ ਦੇ ਵਿੱਚ ਕੀ ਹੋਏਗਾ ਕਿ ਸਾਨੂੰ ਜਿਹੜੀ ਆਊਟਪੁੱਟ ਕੀ ਮਿਲੇਗੀ 0 ਮਿਲੇਗੀ। ਜਿਹੜਾ ਫਲਿਪ ਫਲॉप ਨੇ ਡਾਟਾ ਸਟੋਰ ਕਰਨਾ ਉਹ ਕੀ ਕਰੇਗਾ 0 ਨੂੰ ਸਟੋਰ ਕਰੇਗਾ, ਇਸ ਬਿਟ ਨੂੰ ਸਟੋਰ ਕਰੇਗਾ, 0 ਨੂੰ ਸਟੋਰ ਕਰੇਗਾ। ਪਹਿਲੇ ਕੇਸ ਦੇ ਵਿੱਚ ਕੀ ਰਹਿੰਦਾ ਸੀਗਾ ਪ੍ਰੀਵੀਅਸ ਸਟੇਟ ਦੇ ਵਿੱਚ ਰਹਿੰਦਾ ਸੀ, ਜੋ ਵੈਲਿਊ ਆਲਰੇਡੀ ਸਟੋਰ ਸੀਗੀ ਉਹ ਇਹਦੇ ਵਿੱਚ ਰਹਿੰਦਾ ਸੀਗਾ। ਹੁਣ ਦੇਖੋ ਮੈਂ ਸੇਮ ਵੇ ਨਾਲ ਇਸੇ ਤਰ੍ਹਾਂ ਹੀ ਤੁਹਾਨੂੰ ਦੱਸਣਾ ਚਾਹੁੰਦਾ ਸੀ ਜੋ ਮੈਂ ਲਿਖਿਆ ਹੋਇਆ, ਇਫ ਕਲੌਕ ਇਜ਼ ਹਾਈ ਐਂਡ S0 or 1 then ਕੀ ਹੁੰਦਾ
then output will be 0, output will be 0, that is reset। ਇਹਨੂੰ ਅਸੀਂ ਕੀ ਕਹਿੰਦੇ ਆ, ਰੀਸੈਟ ਕਹਿ ਦਿੰਦੇ ਆ ਕਿ ਸਾਡਾ ਫਲਿਪ ਫਲॉप ਕਿਸ ਕੰਡੀਸ਼ਨ ਦੇ ਵਿੱਚ ਹੈਗਾ, ਰੀਸੈਟ ਕੰਡੀਸ਼ਨ ਦੇ ਵਿੱਚ ਹੈ। ਰੀਸੈਟ ਦਾ ਮਤਲਬ ਹੈ ਕਿ 0 ਬਿਟ ਨੂੰ ਇਹਨੇ ਸਟੋਰ ਕੀਤਾ ਹੋਇਆ। ਇਹ ਵਾਲੀ ਸੀਗੀ ਸਾਡੀ। ਅੱਗੇ ਨੈਕਸਟ ਚੱਲਦੇ ਆ, ਫੋਰਥ ਕੇਸ ਤੇ ਚੱਲਦੇ ਆ। ਫੋਰਥ ਕੇਸ ਦੇ ਵਿੱਚ ਕੀ ਕੀਤਾ, ਪੋਸੀਬਲ ਇੱਕ ਪੋਸੀਬਿਲਿਟੀ ਬਣਦੀ ਹੈ ਕਿ ਮੰਨ ਲਓ ਦੋਨੋਂ ਜਿਹੜੀਆਂ ਇਨਪੁਟਸ ਹੈ ਉਹ ਕੀ ਹੈਗੀਆਂ ਨੇ, S1 ਆ ਤੇ R1 ਹੈ। ਦੋਨੋਂ ਇਨਪੁਟਸ ਜਿਹੜੀਆਂ ਉਹ ਕੀ ਹੈਗੀਆਂ ਨੇ ਸਾਡੀਆਂ 1 ਸੌਰੀ ਇੱਕ 1 ਹੈ ਦੂਜੀ 0 ਹੈ। ਪਹਿਲਾਂ ਹੀ ਕੀਤਾ ਸੀ ਅਸੀਂ, ਇਹਨੂੰ 0 ਕੀਤਾ ਸੀ S ਨੂੰ ਤੇ R ਨੂੰ ਹਾਈ ਕੀਤਾ ਸੀਗਾ। ਹੁਣ ਅਸੀਂ ਕੀ ਕੀਤਾ, S ਨੂੰ ਅਸੀਂ ਹਾਈ ਕਰ ਦਿੰਨੇ ਆ ਤੇ R ਨੂੰ 0 ਕਰ ਦਿੰਨੇ ਆ ਤੇ ਕਲੌਕ ਜਿਹੜੀ ਹੈ ਉਹ ਹਾਈ ਰੱਖੀ ਹੋਈ ਹੈ। ਕਲੌਕ ਅਗੇਨ ਅਸੀਂ ਹਾਈ ਰੱਖੀ ਹੋਈ ਹੈ। ਇੱਥੇ ਸਾਡੇ ਕੋਲ ਕਲੌਕ ਹਾਈ ਮਿਲ ਗਈ, ਇੱਥੇ ਵੀ ਇਹ ਵਾਲੀ ਕਲੌਕ ਜਿਹੜੀ ਹੈ ਉਹ ਹਾਈ ਮਿਲ ਗਈ। ਇੱਥੇ ਸਾਡੇ ਕੋਲ 1 0 ਮੀਨਸ 1 ਆ ਗਿਆ, ਇੱਥੇ 1 1 ਦਾ ਮਤਲਬ ਕੀ ਆ ਗਿਆ, ਇੱਥੇ ਆਉਟਪੁੱਟ ਨੈਂਡ ਗੇਟ ਨੇ ਕੀ ਦੇਣੀ ਹੈ, 0 ਦੇਣੀ ਹੈ। ਜਦੋਂ 0 ਦੇਗਾ ਤੇ ਇਹਦਾ ਮਤਲਬ ਇੱਥੇ ਸਾਡੇ ਕੋਲ 0 ਆ ਰਹੀ ਹੈ। ਜਦੋਂ ਇਹ 0 ਆ ਗਈ ਇੱਥੇ ਇਨਪੁੱਟ, ਜਦੋਂ 0 ਆ ਗਈ ਤੇ ਇੱਕ ਵੀ ਜਿਹਦੀ ਹੁਣ ਜਿੱਦਾਂ ਮੈਂ ਲਾਸਟ ਦੱਸਿਆ ਤੁਹਾਨੂੰ ਕਿ ਇੱਕ ਵੀ ਇਨਪੁੱਟ 0 ਹੋ ਜਾਏਗੀ ਨੈਂਡ ਗੇਟ ਦੀ ਤੇ ਆਉਟਪੁੱਟ ਕੀ ਆ ਜਾਣੀ ਹੈ, ਸਾਡੇ ਕੋਲ ਹਾਈ ਆ ਜਾਣੀ ਹੈ। ਹਾਈ ਇਹਦਾ ਮਤਲਬ 1 ਆ ਗਿਆ ਤੇ ਆਹ ਵਾਲਾ 1 ਜਿਹੜਾ ਇਹਨੇ ਦੁਬਾਰਾ ਇੱਥੇ ਸਾਡੇ ਕੋਲ ਇਨਪੁੱਟ ਤੇ ਅਪਲਾਈ ਹੋਏਗਾ। ਇਹ ਵਾਲਾ 1 ਜਿਹੜਾ ਇੱਥੇ ਆ ਗਿਆ ਤੇ ਇਹ ਆਲਰੇਡੀ 1 ਆ, 1 1 ਜਿਹੜਾ ਕੀ ਹੋਏਗਾ, 0 ਹੋਏਗਾ। ਇਹਦਾ ਮਤਲਬ ਜਦੋਂ ਅਸੀਂ S ਨੂੰ 1 ਕਰਦੇ ਆ ਤੇ R ਤੇ 0 ਅਪਲਾਈ ਕਰਦੇ ਆ, ਫਿਰ ਕੀ ਹੋ ਰਿਹਾ, ਆਉਟਪੁੱਟ ਸਾਡੀ ਕੀ ਆ ਰਹੀ ਆ, ਇੱਥੇ 1 ਆ ਰਹੀ ਹੈ ਤੇ ਉਹਦਾ ਕੰਪਲੀਮੈਂਟ ਸਾਨੂੰ ਪਤਾ ਉਹ ਕੀ ਹੁੰਦਾ, 0 ਆਏਗਾ। ਇਹਦਾ ਮਤਲਬ ਕੀ ਹੈ ਕਿ ਹੁਣ ਫਲਿਪ ਫਲॉप ਕੀ ਕਰੇਗਾ, ਸੈਟ ਕੰਡੀਸ਼ਨ ਦੇ ਵਿੱਚ ਹੋਏਗਾ। ਮਤਲਬ ਆਉਟਪੁੱਟ ਕੀ ਆ ਰਹੀ ਹੈ, 1, ਮਤਲਬ ਸੈਟ ਕੰਡੀਸ਼ਨ ਦੇ ਵਿੱਚ ਹੋਏਗਾ। ਜੋ ਫਲਿਪ ਫਲॉप ਆ ਉਹ ਕਿਸ ਬਿਟ ਨੂੰ ਸਟੋਰ ਕਰੇਗਾ, 1 ਨੂੰ। ਤੇ ਜਦੋਂ S 0 ਸੀਗਾ ਤੇ R 1 ਸੀਗਾ ਪਿਛਲੇ ਕੇਸ ਦੇ ਵਿੱਚ, ਥਰਡ ਕੇਸ ਦੇ ਵਿੱਚ, ਉਦੋਂ ਕਿਸ ਬਿਟ ਨੂੰ ਸਟੋਰ ਕਰਦਾ ਸੀਗਾ, 0 ਨੂੰ। ਉਹ ਰੀਸੈਟ ਕੰਡੀਸ਼ਨ ਦੇ ਵਿੱਚ ਸੀਗਾ ਫਲਿਪ ਫਲॉप। ਸੋ ਇਸ ਕੇਸ ਦੇ ਵਿੱਚ ਜੋ ਫਲਿਪ ਫਲॉप ਹੈ ਉਹ ਸੈਟ ਕੰਡੀਸ਼ਨ ਦੇ ਵਿੱਚ ਹੈ। ਸਾਡੇ ਕੋਲ ਆਉਟਪੁੱਟ ਜਿਹੜੀ ਹੈ ਉਹ 1 ਆ ਰਹੀ ਹੈ। ਜਦੋਂ ਆਉਟਪੁੱਟ 1 ਆ ਰਹੀ ਹੈ ਇਟ ਮੀਨਸ ਕਿ ਇਹ ਜੋ ਹੈ ਫਲਿਪ ਫਲॉप ਉਹ ਕਿਹੜੀ ਬਿਟ ਨੂੰ ਸਟੋਰ ਕਰੇਗਾ, 1 ਬਿਟ ਨੂੰ ਸਟੋਰ ਕਰੇਗਾ। ਠੀਕ ਹੈ। ਅੱਗੇ ਨੈਕਸਟ ਹੈ ਲਾਸਟ ਕੇਸ ਇਹਦਾ ਫਿਫਥ। ਮੰਨ ਲਓ ਕਲੌਕ ਹਾਈ ਹੈ ਤੇ ਅਸੀਂ ਦੋਨੋਂ ਪਲਸ ਜਿਹੜੀਆਂ ਇਨਪੁਟਸ ਆ ਉਹ ਦੋਨੋਂ 1 1 ਕਰ ਦਿੰਨੇ ਆ। S ਵੀ 1 ਕਰ ਦਿੰਨੇ ਆ, R ਵੀ 1 ਕਰ ਦਿੰਨੇ ਆ ਤੇ ਕਲੌਕ ਪਲਸ ਜਿਹੜੀ ਸਾਡੇ ਕੋਲ ਆਲਰੇਡੀ ਹਾਈ ਰੱਖੀ ਹੈ। ਜੇ 1 ਆ ਤੇ ਇੱਥੇ ਸਾਡੇ ਕੋਲ ਕਲੌਕ ਪਲਸ ਹਾਈ ਗਈ, ਇਹਦੀ ਕਲੌਕ ਪਲਸ ਵੀ ਸਾਡੇ ਕੋਲ ਇੱਥੇ ਹਾਈ ਆ ਗਈ। ਦੋਨੋਂ ਹਾਈ ਹਾਈ ਹੈ। ਇੱਥੇ ਕੀ ਆ ਗਿਆ, ਸਾਡੇ ਕੋਲ ਲੋ ਆ ਗਿਆ ਤੇ ਇੱਥੇ ਵੀ ਕੀ ਆ ਗਿਆ, ਸਾਡੇ ਕੋਲ ਲੋ ਆ ਗਿਆ। ਇੱਥੇ ਵੀ ਸਾਡੇ ਕੋਲ ਕੀ ਆ ਗਿਆ, ਲੋ ਆ ਗਿਆ। ਇੱਥੇ ਵੀ ਲੋ ਸੀਗਾ, ਦੇਖੋ 1 1, ਇਹ ਵੀ ਲੋ ਹੋ ਗਿਆ, 1 1 ਲੋ। ਹੁਣ ਮੰਨ ਲੈਂਦੇ ਆ ਇੱਥੇ ਸਾਡੇ ਕੋਲ ਆਉਟਪੁੱਟ ਜਿਹੜੀ ਹੈਗੀ ਆ ਉਹ ਮੰਨ ਲੈਂਦੇ ਆ ਸਾਡੇ ਕੋਲ ਇੱਥੇ 0 ਆ। ਜੇ 0 ਆ ਤੇ ਉਹਦਾ ਕੰਪਲੀਮੈਂਟ ਕੀ ਹੈਗਾ, ਇੱਥੇ ਕੀ ਹੋਣਾ ਚਾਹੀਦਾ, 1 ਹੋਣਾ ਚਾਹੀਦਾ। ਹੁਣ ਮੈਂ ਕੀ ਕਰਦਾ, ਦੇਖੋ ਸਾਨੂੰ ਅਸੀਂ ਇੱਥੇ 0 ਆ ਤੇ ਇਹਦਾ ਜਿਹੜਾ ਇੱਥੇ ਸਾਡੇ ਕੋਲ 0 ਆ ਰਿਹਾ, ਇਸ ਇਨਪੁੱਟ ਤੇ ਵੀ ਸਾਡੇ ਕੋਲ ਇਹ ਵਾਲੀ ਜਿਹੜੀ ਆ ਇੱਥੇ ਵੀ R ਤੇ ਵੀ ਕੀ ਆ ਰਿਹਾ, ਸਾਡੇ ਕੋਲ 0 ਆ ਰਿਹਾ। ਇੱਥੋਂ ਤੱਕ 0 ਆ ਰਿਹਾ। ਹੁਣ ਜੇ ਇੱਕ ਵੀ ਇਨਪੁੱਟ ਤੁਹਾਨੂੰ ਪਤਾ 0 ਆ, ਜੇ ਇੱਕ ਵੀ ਇਨਪੁੱਟ 0 ਹੋ ਗਈ ਤੇ ਆਉਟਪੁੱਟ ਜਿਹੜੀ ਕੀ ਹੁੰਦੀ ਆ, ਹਾਈ ਹੁੰਦੀ ਆ। ਆਉਟਪੁੱਟ ਕੀ ਹੁੰਦੀ ਆ, ਹਾਈ ਹੁੰਦੀ ਆ। ਆਉਟਪੁੱਟ ਸਾਡੇ ਕੋਲ ਕੀ ਹੁੰਦੀ ਆ, ਹਾਈ। ਇੱਥੇ ਵੀ ਸਾਡੇ ਕੋਲ ਇੱਕ ਵੀ ਇਨਪੁੱਟ, ਇੱਥੇ ਦੇਖੋ ਆਹ ਵਾਲੀ ਇਨਪੁੱਟ 0 ਆ, ਇਹਦਾ ਮਤਲਬ ਇੱਥੇ ਵੀ ਸਾਡੇ ਕੋਲ ਆਉਟਪੁੱਟ ਕੀ ਆ ਜਾਏਗੀ, ਹਾਈ, ਜੋ ਕਿ ਪੋਸੀਬਲ ਨਹੀਂ ਹੈਗਾ। ਮੈਂ ਅਗੇਨ ਰਿਪੀਟ ਕਰ ਰਿਹਾ ਇਸ ਨੂੰ। ਦੇਖੋ ਕਲੌਕ ਪਲਸ ਮੈਂ 1 ਅਪਲਾਈ ਕੀਤੀ, ਹਾਈ ਅਪਲਾਈ ਕੀਤੀ ਹੈ ਤੇ ਕੇਸ ਮੈਂ ਕੀ ਲੈ ਲੈਣਾ ਕਿ S ਤੇ ਵੀ ਅਸੀਂ 1 ਅਪਲਾਈ ਕਰ ਦਿੰਨੇ ਆ, S ਤੇ ਵੀ ਅਸੀਂ 1 ਅਪਲਾਈ ਕਰ ਦਿੰਨੇ ਆ ਤੇ R ਤੇ ਵੀ ਅਸੀਂ 1 ਨੂੰ ਅਪਲਾਈ ਕਰ ਦਿੰਨੇ ਆ। S ਤੇ ਵੀ 1 ਅਪਲਾਈ ਕੀਤਾ, R ਤੇ ਵੀ 1 ਅਪਲਾਈ ਕੀਤਾ। ਹੁਣ ਆ ਦੋਨੋਂ 1 1 ਹੋ ਗਏ। 1 1 ਮੀਨਸ 0 ਹੈ ਤੇ ਇੱਥੇ ਵੀ 1 1, ਇੰਨੇ ਗੇਟ ਨੇ ਵੀ ਕੀ ਆਉਟਪੁੱਟ ਦੇਣੀ ਹੈ, ਸਾਡੇ ਕੋਲ 0। ਇੱਥੇ ਇਨਪੁੱਟ ਤੇ ਸਾਡੇ ਕੋਲ 0 ਆ ਗਿਆ ਇਸ ਗੇਟ ਤੇ। ਨੈਂਡ ਗੇਟ ਤੇ ਸਾਨੂੰ ਪਤਾ ਹੈ ਕਿ ਇੱਕ ਵੀ ਇਨਪੁੱਟ 0 ਆ ਤੇ ਆਉਟਪੁੱਟ ਕੀ ਆਣੀ, ਸਾਡੇ ਕੋਲ ਹਾਈ। ਇੱਥੇ 1 ਆ ਗਿਆ। ਸੇਮ ਵੇ ਨਾਲ ਜੇ ਇੱਥੇ ਵੀ ਇਨਪੁੱਟ ਆ 0 ਆ ਰਹੀ ਆ, ਜਦੋਂ 0 ਆ ਗਈ, ਇੱਕ ਵੀ ਇਨਪੁੱਟ 0 ਆ ਤੇ ਆਉਟਪੁੱਟ ਸਾਨੂੰ ਕੀ ਮਿਲਣੀ ਆ, ਹਾਈ ਮਿਲਣੀ ਆ। ਇਹਦਾ ਮਤਲਬ ਇਹ ਪੋਸੀਬਲ ਨਹੀਂ ਹੈਗਾ ਕਿਉਂਕਿ ਇਹ ਜਿਹੜੀ ਇਨਪੁੱਟ ਹੈ ਆਉਟਪੁੱਟ ਹੈ ਜਿਹੜੀ ਇੱਕ ਦੂਜੇ ਦਾ ਕੰਪਲੀਮੈਂਟ ਦੇ ਵਿੱਚ ਹੁੰਦੀਆਂ।
ਬਟ ਇੱਥੇ ਸਾਡੇ ਕੋਲ ਦੋਨੋਂ ਸੇਮ ਵੇ ਨਾਲ ਮਿਲ ਰਹੀਆਂ, ਇੱਥੇ 1 1 ਮਿਲ ਰਹੀ ਹੈ। ਇਹਦਾ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਸਟੇਟ ਆ ਸਾਡੀ ਵੈਲਿਡ ਨਹੀਂ ਆ, ਇਹ ਸਾਡਾ ਵੈਲਿਡ ਨਹੀਂ ਹੈਗਾ। ਵੈਲਿਡ ਤਾਂ ਹੁੰਦਾ ਕਿ ਜੇ ਇਹ 1 ਆ ਤੇ ਇਹ 0 ਹੋਣਾ ਚਾਹੀਦਾ ਸੀ, ਇਹਦਾ ਇਨਵਰਟ ਹੋਣਾ ਚਾਹੀਦਾ ਸੀ। ਜੇ 0 ਆ ਤੇ ਇਹਨੇ 1 ਹੋਣਾ ਚਾਹੀਦਾ ਸੀ, ਜੇ 1 ਆ ਤਾਂ 0। ਬਟ ਇਹ ਦੋਨੋਂ ਸੇਮ ਆ ਰਹੇ ਆ, ਦੋਨੋਂ ਕੀ ਆ ਰਹੇ ਆ, ਸੇਮ ਆ ਰਹੇ ਆ। ਸੋ ਇਸ ਵੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਟੇਟ ਸਾਡੀ ਜਿਹੜੀ ਆ ਉਹ ਵੈਲਿਡ ਨਹੀਂ ਹੈਗੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਆਊਟਪੁੱਟ ਵਿਲ ਬੀ ਇਨਵੈਲਿਡ, ਇਹ ਸਾਡੀ ਇਨਵੈਲਿਡ ਸਟੇਟ ਦੇ ਵਿੱਚ ਆ ਜਾਏਗਾ। ਜਿਵੇਂ ਕਿ ਲਾਸਟ ਮੈਂ ਤੁਹਾਨੂੰ ਦੱਸਿਆ ਕਿ 1 1 ਅਸੀਂ ਕਲੌਕ ਹਾਈ ਕੀਤੀ ਆ, S ਤੇ R ਦੋਨੋਂ, S ਵੀ 1 ਰੱਖਿਆ, R ਵੀ ਅਸੀਂ 1 ਕੀਤਾ ਆ, ਤੇ ਇਹਦਾ ਆਊਟਪੁੱਟ ਜਿਹੜੀ ਸਾਡੀ ਕੀ ਹੈ, ਇਨਵੈਲਿਡ। ਇਸ ਤਰ੍ਹਾਂ ਨਾਲ ਇਹਦਾ ਜਿਹੜਾ ਟਰੁਥ ਟੇਬਲ ਸਾਡੇ ਕੋਲ ਫਲਿਪ ਫਲॉप ਦਾ ਉਹ ਬਣਦਾ ਜਾਏਗਾ। ਸੋ ਨੈਕਸਟ ਇਹਦੀ ਮੈਂ ਟਾਈਮਿੰਗ ਡਾਇਗਰਾਮ ਤੁਹਾਨੂੰ ਸ਼ੋ ਕਰਨਾ ਚਾਹੁੰਦਾ। ਜਿਹੜੀ ਟਾਈਮਿੰਗ ਡਾਇਗਰਾਮ ਹੈ SR ਫਲਿਪ ਫਲॉप ਦੀ, ਦੇਖੋ ਇਹ ਇੱਕ ਸਾਡਾ ਕਲੌਕ ਸਿਗਨਲ ਅਸੀਂ ਅਪਲਾਈ ਕੀਤਾ ਹੋਇਆ, ਆ ਸਾਡਾ ਕਲੌਕ ਸਿਗਨਲ ਹੈ, ਤੇ ਇਹ ਵਾਲੀ ਸਾਡੀ S ਤੇ R ਦੋ ਇਨਪੁਟਸ ਹੈਗੀਆਂ, ਇਹ ਕਲੌਕ ਹੈ, ਤੇ ਇਹ ਵਾਲੀ ਸਾਡੀ ਕੀ ਹੈ, ਆਊਟਪੁੱਟ ਹੈ। Q ਕੀ ਸਾਡੀ ਆਊਟਪੁੱਟ ਆ। ਇੱਕ ਟਰੁਥ ਟੇਬਲ ਨੂੰ ਜ਼ਰੂਰ ਨਾਲ ਦੇਖਦੇ ਹਾਂ ਅਸੀਂ। ਟਰੁਥ ਟੇਬਲ ਜੋ ਅਸੀਂ ਹੁਣੇ ਜੋ ਵੀ ਸਾਰੇ ਕੇਸਿਸ ਕੀਤੇ, ਸਾਡੇ ਕੋਲ ਕੀ ਬਣਿਆ ਸੀਗਾ ਕਿ ਜੇ ਕਲੌਕ ਲੋ ਹੈ ਤੇ SR ਦੀ ਵੈਲਿਊ ਕੋਈ ਵੀ ਹੋ ਜਾਏ ਤਾਂ ਸਾਡੇ ਕੋਲ ਪ੍ਰੀਵੀਅਸ ਸਟੇਟ ਦੇ ਵਿੱਚ ਰਹਿੰਦੀ ਆਊਟਪੁੱਟ। ਸੇਮ ਵੇ ਨਾ ਜੇ ਕਲੌਕ 1 ਹੈ, ਹਾਈ ਹੈ, ਤੇ ਆਊਟਪੁੱਟ S ਤੇ R ਦੋਨੋਂ 0 ਹੁੰਦੇ ਸੀਗੇ ਤਾਂ ਪ੍ਰੀਵੀਅਸ ਸਟੇਟ ਦੇ ਵਿੱਚ ਰਹਿੰਦੇ ਆ। ਸੇਮ ਵੇ ਨਾ ਸਾਡਾ ਇੱਕ ਟਰੁਥ ਟੇਬਲ ਬਣਿਆ ਸੀਗਾ। ਹੁਣ ਇਸ ਟਰੁਥ ਟੇਬਲ ਨੂੰ ਨਾਲ ਦੇਖਾਂਗੇ ਤੇ ਨਾਲ ਅਸੀਂ ਟਾਈਮਿੰਗ ਡਾਇਗਰਾਮ ਇਹਦੀ ਦੇਖਦੇ ਹਾਂ। ਦੇਖੋ ਟਾਈਮਿੰਗ ਡਾਇਗਰਾਮ ਹੈ, ਮੈਂ ਆਹ ਵਾਲੀ ਇਹਨੂੰ ਲੈ ਕੇ ਚੱਲਦੇ ਹਾਂ। ਆਊਟਪੁੱਟ ਅਸੀਂ ਆਪ ਬਣਾ ਲੈਂਦੇ ਹਾਂ ਇਹਦੀ। ਮੰਨ ਲਓ ਸਾਡੇ ਕੋਲ ਸਿਗਨਲ ਐ ਚੱਲ ਰਿਹਾ ਕਿ ਕਲੌਕ ਪਲਸ ਸਾਡੇ ਕੋਲ ਇਸ ਤਰ੍ਹਾਂ ਮਿਲ ਰਹੀ ਹੈ। ਹੁਣ ਮੈਂ ਇੱਕ ਤੁਹਾਨੂੰ ਦੱਸਿਆ ਸੀ ਸਟਾਰਟ ਦੇ ਵਿੱਚ ਕਿ ਮੈਂ ਤੁਹਾਨੂੰ ਉਹ ਕਲੀਅਰ ਕਰਵਾਉਣਾ ਚਾਹੁੰਦਾ ਕਿ ਐਜ ਟ੍ਰਿਗਰਡ ਦਾ ਕੀ ਮਤਲਬ ਹੁੰਦਾ। ਐਜ ਟ੍ਰਿਗਰਡ ਦਾ ਮਤਲਬ ਹੁੰਦਾ ਜਿਸ ਤਰ੍ਹਾਂ ਆ ਦੇਖੋ ਇਹ ਇੱਕ ਐਜ ਤੇ ਹੈ, ਜਿਹੜਾ ਕਲੌਕ ਪਲਸ ਹੈ ਉਹ ਇਸ ਤਰ੍ਹਾਂ ਨਾਲ ਚੱਲਦੀ ਹੈ ਸਾਡੇ ਡਿਜੀਟਲ ਸਿਗਨਲ ਦੇ ਵਿੱਚ, ਇਸ ਵੇ ਨਾਲ ਚੱਲਦੀ ਹੈ ਜਿਸ ਤਰ੍ਹਾਂ ਮੈਂ ਕਲੌਕ ਪਲਸ ਬਣਾਈ ਹੋਈ ਹੈ। ਹੁਣ ਇਹਦਾ ਮਤਲਬ ਲੋ ਹੁੰਦਾ ਤੇ ਇਹਦਾ ਮਤਲਬ ਹਾਈ ਹੁੰਦਾ, ਇਹਦਾ ਮਤਲਬ ਲੋ ਹੁੰਦਾ, ਇਹਦਾ ਮਤਲਬ ਕੀ ਹੁੰਦਾ, ਹਾਈ ਹੁੰਦਾ। ਅਗੇਨ ਇਹ ਲੋ ਹੁੰਦਾ, ਇਹ ਹਾਈ ਹੁੰਦਾ। ਇਹਦੇ ਦੋ ਹੀ ਸਿਗਨਲ ਜਿਹੜੇ ਆ, ਦੋ ਹੀ ਲੈਵਲ ਹੁੰਦੇ ਆ ਸਿਗਨਲ ਦੇ, ਵੋਲਟੇਜ ਦੇ ਦੋ ਹੀ ਲੈਵਲ ਹੁੰਦੇ ਆ। ਜਦੋਂ ਕਿ ਐਨਾਲੌਗ ਦੇ ਵਿੱਚ ਸਾਡੇ ਕੋਲ ਕਈ ਲੈਵਲਸ ਹੁੰਦੇ ਆ ਇਨਪੁਟਸ ਦੇ, ਸੌਰੀ ਸਿਗਨਲ ਦੇ ਕਈ ਲੈਵਲ ਹੁੰਦੇ ਆ। ਬਟ ਡਿਜੀਟਲ ਸਿਗਨਲ ਦੇ ਵਿੱਚ ਸਾਡੇ ਕੋਲ ਓਨਲੀ ਦੋ ਲੈਵਲ ਹੁੰਦੇ ਆ, ਇੱਕ ਲੋ ਹੁੰਦਾ, ਦੂਜਾ ਹਾਈ ਹੁੰਦਾ। ਅਸੀਂ ਇਸ ਨੂੰ ਰੈਕਟੈਂਗੂਲਰ ਵੀ ਕਹਿ ਸਕਦੇ ਹਾਂ, ਸਕੁਅਰ ਵੀ ਕਹਿ ਸਕਦੇ ਹਾਂ, ਸਕੁਅਰ ਵੇਵ ਕਹਿ ਸਕਦੇ ਹਾਂ, ਰੈਕਟੈਂਗੂਲਰ ਵੇਵ ਕਹਿ ਸਕਦੇ ਹਾਂ। ਸੋ ਇਹ ਵਾਲਾ 0 ਹੈਗਾ ਤੇ ਇਹ ਵਾਲਾ 1 ਹੈਗਾ। ਹੁਣ ਦੇਖੋ ਐਜ ਟ੍ਰਿਗਰ ਦੀ ਜਿਹੜੀ ਮੈਂ ਗੱਲ ਕਰਦਾ, ਇਹ ਵਾਲਾ ਜਦੋਂ ਇੱਥੋਂ ਲੋ ਆ, ਇੱਥੇ ਜਾ ਕੇ ਇਹ ਹਾਈ ਹੋ ਗਿਆ, ਇੱਥੇ ਜਾ ਕੇ ਹਾਈ ਹੋ ਗਿਆ। ਜਦੋਂ ਇੱਥੇ ਇਹਨੂੰ ਸਿਗਨਲ ਮਿਲਣਾ, ਇਹ ਵਾਲੀ ਐਜ ਤੇ ਜਾ ਕੇ ਇਹਨੇ ਕੀ ਹੋ ਜਾਣਾ, ਹਾਈ ਹੋ ਗਿਆ। ਇਹ ਹਾਈ ਚੱਲ ਰਿਹਾ, ਇੱਥੋਂ ਤੱਕ ਹੀ ਹਾਈ ਹੀ ਚੱਲ ਰਿਹਾ। ਉਸ ਤੋਂ ਬਾਅਦ ਇੱਥੇ ਜਾ ਕੇ ਨੇ ਮੈਂ ਨੀਚੇ ਨੂੰ ਐਰੋ ਸ਼ੋ ਕੀਤਾ, ਇਹ ਕੀ ਹੋ ਗਿਆ, ਲੋ ਹੋਣਾ ਸ਼ੁਰੂ ਹੋ ਗਿਆ। ਇਹ ਲੋ ਹੀ ਚੱਲਦਾ ਰਹੇਗਾ, ਅੱਗੇ ਫਿਰ ਇਹ ਹਾਈ ਹੋ ਗਿਆ। ਹੁਣ ਮੈਂ ਦੋ ਤਰ੍ਹਾਂ ਦੀ ਟ੍ਰਿਗਰਿੰਗ ਹੁੰਦੀ ਹੈ, ਇੱਕ ਪੋਜ਼ਿਟਿਵ, ਦੂਜੀ ਨੈਗੇਟਿਵ। ਇਹ ਵਾਲੀ ਸਾਡੀ ਪੋਜ਼ਿਟਿਵ ਐਜ ਟ੍ਰਿਗਰਿੰਗ ਹੈ, ਇਹ ਵਾਲੀ ਨੈਗੇਟਿਵ ਐਜ ਟ੍ਰਿਗਰਿੰਗ ਹੈ। ਹੁਣ ਦੋਵੇਂ ਤਰ੍ਹਾਂ ਨਾਲ ਅਸੀਂ ਜਿਹੜੀ ਹੈ ਐਜ ਟ੍ਰਿਗਰਿੰਗ ਜਿਹੜੀ ਹੈ ਉਹ ਯੂਜ਼ ਕਰ ਸਕਦੇ ਹਾਂ। ਜਦੋਂ ਪੋਜ਼ਿਟਿਵ ਜਿਹੜੀ ਹੈ, ਜਦੋਂ ਅਸੀਂ ਪੋਜ਼ਿਟਿਵ ਐਜ ਟ੍ਰਿਗਰ ਮੰਨ ਲਓ ਯੂਜ਼ ਕਰਦੇ ਹਾਂ, ਤੇ ਇੱਥੇ ਜਿਹੜਾ ਜਦੋਂ ਇੱਥੋਂ ਅਸੀਂ ਅਪਲਾਈ ਕਰਾਂਗੇ ਐਜ ਟ੍ਰਿਗਰ, ਉਹਨੇ ਟਾਈਮ ਕਿੰਨਾ ਲੈਣਾ, ਅੱਗੇ ਲਈ ਉਹਨੇ ਟਾਈਮ ਕਿੰਨਾ ਲੈਣਾ, ਆਹ ਵਾਲਾ ਟਾਈਮ ਲਊਗਾ ਉਹ ਐਪ ਵਾਲਾ। ਇੱਥੇ ਜਾ ਕੇ ਉਹਨੇ ਫਿਰ ਟ੍ਰਿਗਰ ਕਰਨਾ ਹੈ। ਅੱਗੇ ਜਦੋਂ ਫਿਰ ਉਹਨੇ ਕਰਨਾ ਹੈ ਤੇ ਇੱਥੇ ਲੋ ਆ, ਇੱਥੇ ਜਾ ਕੇ ਉਹਨੇ ਫਿਰ ਅੱਗੇ ਟ੍ਰਿਗਰ ਕਰਨਾ ਹੈ। ਇਸ ਤਰ੍ਹਾਂ ਨਾਲ ਟ੍ਰਿਗਰਿੰਗ ਕਰਦਾ ਹੈ। ਅੱਗੇ ਦੇਖੋ, ਹੁਣ ਮੈਂ ਮੰਨ ਲੈਣਾ ਕਿ ਸਾਡੇ ਕੋਲ ਇੱਥੇ ਕਲੌਕ ਸਾਡੇ ਕੋਲ ਕੀ ਆ ਰਹੀ ਹੈ, 0, ਤੇ ਆ 0 ਆ, ਇਹ ਹਾਈ ਆ, ਜਿਹੜਾ ਉੱਪਰ ਨੂੰ ਜਾ ਰਿਹਾ ਹਾਈ ਹੈ, ਇਹ ਜਿਹੜਾ ਸਾਰਾ ਹੀ ਆ ਲੋ ਆ, ਇਹ ਵਾਲਾ ਹਾਈ ਹੈ। ਅਸੀਂ ਆ ਤਿੰਨਾਂ ਨੂੰ ਦੇਖ ਕੇ ਤੇ ਅਸੀਂ ਇਹਦੀ ਆਊਟਪੁੱਟ ਜਿਹੜੀ ਹੈ ਟਾਈਮਿੰਗ ਡਾਇਗਰਾਮ ਦੀ, ਅਸੀਂ ਟਾਈਮਿੰਗ ਡਾਇਗਰਾਮ ਇਹਦੀ ਇੱਕ ਸ਼ੋ ਕੀਤੀ ਹੋਈ ਹੈ ਜਾਂ ਇਹਨੂੰ ਡਿਸਕਸ ਕਰ ਰਹੇ ਹਾਂ। ਮੰਨ ਲਓ 0 0 ਹੈ, ਕਲੌਕ 0 ਹੈ। ਜਦੋਂ ਕਲੌਕ ਲੋ ਹੈ ਤੇ S ਤੇ R ਦੀ ਕੋਈ ਵੀ ਵੈਲਿਊ ਹੋਵੇ, ਦੇਖੋ ਕਲੌਕ ਲੋ ਹੈ ਤੇ S ਤੇ R ਦੀ ਕੋਈ ਵੀ ਵੈਲਿਊ ਹੋਵੇ ਤਾਂ ਸਾਡੇ ਕੋਲ ਆਊਟਪੁੱਟ ਕੀ ਮਿਲਦੀ ਆ, ਪ੍ਰੀਵੀਅਸ ਸਟੇਟ ਦੇ ਵਿੱਚ ਰਹਿੰਦੀ ਹੈ। ਮੰਨ ਲਓ ਸਾਡੇ ਕੋਲ ਜੇ 0 ਆ, ਹੁਣ ਦੇਖੋ ਇੱਥੇ ਸਾਡੇ ਕੋਲ ਇੱਥੇ ਕੀ ਹੋ ਗਈ ਹੈ, ਕਲੌਕ ਪਲਸ ਸਾਡੇ ਕੋਲ ਕੀ ਹੋਈ ਪਈ ਆ, 1 ਹਾਈ ਹੋਈ ਹੈ। ਇੱਥੇ ਕੀ ਹੈ, ਹਾਈ ਹੈ। ਇੱਥੇ
ਇੱਥੇ ਕੀ ਹੈ ਇਸ ਟਾਈਮ ਇੰਟਰਵਲ ਦੇ ਵਿੱਚ ਆਹ ਵਾਲੇ ਟਾਈਮ ਇੰਟਰਵਲ ਦੇ ਵਿੱਚ ਦੇਖੋ ਇਹ ਵਾਲੇ ਟਾਈਮ ਇੰਟਰਵਲ ਦੇ ਵਿੱਚ ਇਹ ਵਾਲੀ ਹਾਈ ਹੈ ਕਲੋਕ ਪਲਸ ਐਸ ਜਿਹੜਾ ਉਹ 0 ਹੈ ਆਰ ਵੀ ਕੀ ਹੈਗਾ 0 ਹੈ ਤੇ ਜਦੋਂ ਕਲੋਕ ਹਾਈ ਹੋਵੇ ਐਸ 0 ਹੋਵੇ ਆਰ 0 ਹੋਵੇ ਇੱਥੋਂ ਦੇਖੋ ਕਲੋਕ ਹਾਈ ਹੈ ਐਸ 0 ਹੋਵੇ ਆਰ 0 ਹੋਵੇ ਫਿਰ ਕੀ ਰਹਿੰਦਾ ਆਉਟਪੁੱਟ ਪ੍ਰੀਵੀਅਸ ਸਟੇਟ ਦੇ ਵਿੱਚ ਰਹਿੰਦਾ ਪ੍ਰੀਵੀਅਸ ਸਟੇਟ ਦੇ ਵਿੱਚ ਰਹਿੰਦਾ ਆਉਟਪੁੱਟ ਸਾਨੂੰ ਕੀ ਮਿਲਣੀ ਹੈ ਜੇ ਪਹਿਲਾਂ ਲੋ ਸੀਗੀ ਤੇ ਆਉਟਪੁੱਟ ਅਗੇਨ ਸਾਨੂੰ ਕੀ ਮਿਲੀ ਹੈ ਲੋ ਮਿਲੀ ਹੈ ਅਗਲਾ ਨੈਕਸਟ ਜਿਹੜਾ ਇੰਟਰਵਲ ਦੇਖਦੇ ਹਾਂ ਟਾਈਮ ਦਾ ਇਹ ਵਾਲੇ ਟਾਈਮ ਇੰਟਰਵਲ ਦੇ ਵਿੱਚ ਇਨਪੁਟ ਜਿਹੜੀ ਆ ਕਲੌਕ ਜਿਹੜਾ ਉਹ ਲੋ ਮਿਲ ਰਿਹਾ ਇੱਥੇ ਐਸ ਨੂੰ ਅਸੀਂ ਲੋ ਕੀਤਾ ਹੋਇਆ ਹੁਣ ਇੱਥੇ ਦੇਖਣ ਦੀ ਲੋੜ ਹੀ ਨਹੀਂ ਐਸ ਤੇ ਆਰ ਦੀ ਕੋਈ ਵੀ ਵੈਲਿਊ ਹੋਵੇ ਤੇ ਕਲੌਕ ਜਦੋਂ ਲੋ ਹੋ ਗਿਆ ਤੇ ਆਉਟਪੁੱਟ ਜਿਹੜੀ ਸਾਨੂੰ ਫਿਰ ਪ੍ਰੀਵੀਅਸ ਸਟੇਟ ਦੇ ਵਿੱਚ ਹੀ ਮਿਲਣੀ ਹੈ ਪ੍ਰੀਵੀਅਸ ਸਟੇਟ ਦੇ ਵਿੱਚ ਸਾਡੇ ਕੋਲ ਕੀ ਪਿਆ 0 ਪਿਆ ਇਸ ਲਈ ਇੱਥੇ ਵੀ 0 ਹੀ ਆਏਗਾ ਹੁਣ ਅੱਗੇ ਦੇਖਦੇ ਹਾਂ ਨੈਕਸਟ ਇੱਥੇ ਕਲੌਕ ਫਿਰ ਹਾਈ ਹੋ ਗਿਆ ਕਲੌਕ ਨੂੰ ਹਾਈ ਕੀਤਾ ਹੋਇਆ ਤੇ ਐਸ ਜਿਹੜਾ 0 ਹੈ ਤੇ ਆਰ ਵੀ 0 ਹੈ ਅਗੇਨ ਜਦੋਂ ਐਸ ਤੇ ਆਰ ਦੋਨੋਂ 0 ਹੋਏ ਤੇ ਫਿਰ ਇਹ ਕਿਸ ਸਟੇਟ ਦੇ ਵਿੱਚ ਰਹਿੰਦਾ ਪ੍ਰੀਵੀਅਸ ਸਟੇਟ ਦੇ ਵਿੱਚ ਰਹਿੰਦਾ ਆਉਟਪੁੱਟ ਜੇ ਇੱਥੋਂ ਜਿੱਦਾਂ 0 ਸੀਗੀ ਤੇ ਫਿਰ ਸਾਡੇ ਕੋਲ ਅੱਗੇ ਫਿਰ 0 ਹੀ ਆਣੀ ਹੈ ਲੋ ਹੀ ਮਿਲੇਗੀ ਨੈਕਸਟ ਇਹ ਵਾਲੇ ਟਾਈਮ ਇੰਟਰਵਲ ਦੇ ਵਿੱਚ ਦੇਖਦੇ ਹਾਂ ਕਿ ਇੱਥੇ ਆ ਕੇ ਸਾਡੇ ਕੋਲ ਜਿਹੜੀ ਇਨਪੁੱਟ 0 ਹੋ ਰਹੀ ਹੈ ਲੋ ਹੋ ਰਹੀ ਹੈ ਸੌਰੀ ਕਲੌਕ ਜਿਹੜਾ ਸਿਗਨਲ ਹੈ ਲੋ ਕੀਤਾ ਹੋਇਆ ਤੇ ਐਸ ਜਿਹੜਾ ਐਸ ਦੀ ਇਨਪੁੱਟ ਆ ਉਹ ਅਸੀਂ ਇਸ ਟਾਈਮ ਦੇ ਵਿੱਚ ਜਾ ਕੇ ਇਸ ਟਾਈਮ ਇੰਟਰਵਲ ਦੇ ਵਿੱਚ ਜਾ ਕੇ ਅਸੀਂ ਹਾਈ ਕੀਤੀ ਹੋਈ ਹੈ ਇੱਥੇ ਅਸੀਂ ਲੋ ਕੀਤੀ ਹੋਈ ਹੈ ਇੱਥੋਂ ਐਸ ਤੇ ਆਰ ਦੀ ਵੈਲਿਊ ਕੋਈ ਵੀ ਹੋਵੇ ਪਰ ਜਦੋਂ ਕਲੌਕ ਸਿਗਨਲ ਹੀ ਜਦੋਂ ਕਲੌਕ ਸਾਡਾ ਲੋ ਹੋ ਗਿਆ ਤੇ ਐਸ ਆਰ ਦੀ ਕੋਈ ਵੀ ਵੈਲਿਊ ਹੋਵੇ ਤੇ ਉਹ ਜਦੋਂ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਫਲਿਪ ਫਲॉप ਦੇ ਨਾਲ ਕਿ ਉਹਦੀ ਆਉਟਪੁੱਟ ਜਿਹੜੀ ਆ ਉਹ ਪ੍ਰੀਵੀਅਸ ਸਟੇਟ ਦੇ ਵਿੱਚ ਹੀ ਰਹੇਗੀ ਪ੍ਰੀਵੀਅਸ ਸਟੇਟ ਕੀ ਸੀ ਸਾਡੀ ਲੋ ਹੈ ਤੇ ਇਸ ਤਰ੍ਹਾਂ ਨਾਲ ਇਹ ਲੋ ਹੀ ਸਾਨੂੰ ਸ਼ੋ ਕਰੇਗਾ ਹੁਣ ਨੈਕਸਟ ਦੇਖੋ ਕਿ ਮੰਨ ਲਓ ਇੱਥੇ ਸਾਡੇ ਕੋਲ ਹਾਈ ਸਿਗਨਲ ਆ ਰਿਹਾ ਇੱਥੇ ਸਾਡੇ ਕੋਲ ਹੁਣ ਹਾਈ ਇਸ ਟਾਈਮ ਇੰਟਰਵਲ ਦੇ ਵਿੱਚ ਹਾਈ ਹੈ ਜੇ ਹਾਈ ਹੈ ਤੇ ਐਸ ਵੀ ਸਾਡੇ ਕੋਲ ਕੀ ਹੈਗਾ ਇੱਥੇ ਐਸ ਵੀ ਕੀ ਹੈਗਾ ਇਸ ਟਾਈਮ ਇੰਟਰਵਲ ਦੇ ਵਿੱਚ ਹਾਈ ਹੈ ਤੇ ਆਰ ਕੀ ਹੈਗਾ ਸਾਡੇ ਕੋਲ ਆਰ ਕੀ ਹੈਗਾ ਸਾਡੇ ਕੋਲ ਲੋ ਹੈਗਾ ਆਰ ਕੀ ਹੈ ਹੁਣ ਲੋ ਜਦੋਂ ਕਲੌਕ ਪਲਸ ਸਾਡੇ ਕੋਲ ਹਾਈ ਹੈ ਐਸ ਹਾਈ ਹੈ ਤੇ S1 R0 ਫਿਰ ਕੀ ਹੁੰਦਾ ਦੇਖੋ S1 ਤੇ R0 ਤੇ ਫਿਰ ਕੀ ਹੁੰਦਾ Q ਦੀ ਵੈਲਿਊ ਕੀ ਹੁੰਦੀ ਹੈ 1 ਆ ਜਾਂਦੀ ਹੈ Q ਦੀ ਵੈਲਿਊ ਦੇਖੋ ਹੁਣ ਇੱਥੇ ਆ ਕੇ ਸਾਡੀ ਜਿਹੜੀ ਹੈ ਉਹ ਜਿਹੜੀ ਇਸ ਟਾਈਮ ਇੰਟਰਵਲ ਦੇ ਵਿੱਚ ਇਹ ਵਾਲਾ ਜਿਹੜਾ ਟਾਈਮ ਇੰਟਰਵਲ ਹੈ ਇਹ ਵਾਲਾ ਇਹਦੇ ਵਿੱਚ ਜਿਹੜੀ ਆਉਟਪੁੱਟ ਆ ਉਹ ਕੀ ਆਏਗੀ ਇੱਥੇ ਹਾਈ ਹੋ ਜਾਏਗੀ ਕਿਉਂ ਹਾਈ ਹੋ ਜਾਏਗੀ ਕਿਉਂਕਿ ਇੱਥੇ S ਦੀ ਵੈਲਿਊ ਸਾਡੇ ਕੋਲ ਹਾਈ ਹੈ ਜਦੋਂ S1 ਤੇ R0 ਹੁੰਦਾ ਤੇ ਸਾਡੇ ਕੋਲ ਆਉਟਪੁੱਟ ਕੀ ਹੁੰਦੀ ਹੈ ਹਾਈ ਮਿਲਦੀ ਹੈ ਹੁਣ ਨੈਕਸਟ ਦੇਖੋ ਇੱਥੇ ਸਾਡੇ ਕੋਲ ਆਉਟਪੁੱਟ ਕੀ ਆਈ ਹੈ ਦੇਖੋ 1 ਆ ਗਈ ਹਾਈ ਹੋ ਗਈ ਇੱਥੇ ਹੁਣ 1 ਆ ਗਈ ਹੁਣ ਅਗੇਨ ਕਲੌਕ ਪਲਸ ਜਿਹੜੀ ਇੱਥੇ ਉਹ ਲੋ ਹੋ ਗਈ ਹੈ ਤੇ ਜਦੋਂ ਫਿਰ ਲੋ ਹੋ ਗਈ ਇਸ ਟਾਈਮ ਇੰਟਰਵਲ ਦੇ ਵਿੱਚ ਲੋ ਹੋ ਗਈ ਤੇ ਐਸ ਤੇ ਆਰ ਕੋਈ ਵੀ ਹੋਵੇ ਐਨੀ ਵੈਲਿਊ ਹੋਵੇ ਕਿਉਂਕਿ ਕਲੌਕ ਲੋ ਹੈ ਤੇ ਪ੍ਰੀਵੀਅਸ ਸਟੇਟ ਦੇ ਵਿੱਚ ਰਹੇਗਾ ਇੱਥੇ ਜਾ ਕੇ ਇਹਨੇ ਫੇਰ ਸਾਨੂੰ ਕੀ ਦੇਣੀ ਹੈ ਇੱਥੇ ਸਾਡੇ ਕੋਲ 1 ਹੀ ਰਹਿਣੀ ਹੈ ਆਉਟਪੁੱਟ ਕੀ ਦੇਣੀ ਹੈ ਇਹਨੇ 1 ਹੀ ਦੇਣੀ ਹੈ ਸੇਮ ਵੇ ਨਾ ਇਹਨੂੰ ਅੱਗੇ ਅਸੀਂ ਮੈਂ ਕੀਤਾ ਹੋਇਆ ਸੇਮ ਵੇ ਨਾ ਇਹਦੇ ਅੱਗੇ ਜਿਹੜਾ ਟਾਈਮਿੰਗ ਡਾਇਗਰਾਮ ਆ ਅਸੀਂ ਇਹਨੂੰ ਜਿੰਨਾ ਮਰਜ਼ੀ ਲੰਬਾ ਲੈ ਕੇ ਜਾ ਸਕਦੇ ਹਾਂ ਸੋ ਇਸੇ ਤਰ੍ਹਾਂ ਨਾਲ ਹੀ ਟਾਈਮਿੰਗ ਡਾਇਗਰਾਮ ਨੂੰ ਅੱਗੇ ਹੋਰ ਵੀ ਡਿਸਕਸ ਕਰ ਸਕਦੇ ਪਰ ਟਾਈਮ ਦੀ ਕਮੀ ਹੈ ਸੋ ਮੈਂ ਡੀ ਫਲਿਪ ਫਲॉप ਨੂੰ ਹੁਣ ਸਮਝਾਉਣਾ ਚਾਹੁੰਦਾ ਕਿ ਡੀ ਫਲਿਪ ਫਲॉप ਕੀ ਹੈ ਇੱਕ ਸਲਾਈਟ ਮੋਡੀਫਿਕੇਸ਼ਨ ਹੈਗੀ ਹੈ ਕਲੌਕਡ ਐਸਆਰ ਫਲਿਪ ਫਲॉप ਦੀ ਕਲੌਕਡ ਐਸਆਰ ਫਲਿਪ ਫਲॉप ਦੇ ਵਿੱਚ ਕੀ ਹੋਇਆ ਸੀਗਾ ਸਾਡੇ ਕੋਲ ਪ੍ਰੋਬਲਮ ਆਈ ਸੀਗੀ ਜਦੋਂ ਅਸੀਂ ਕਲੌਕ ਸਿਗਨਲ ਨੂੰ ਹਾਈ ਕੀਤਾ ਸੀਗਾ ਤੇ ਐਸਆਰ ਦੀ ਦੋਨੋਂ ਵੈਲਿਊਜ਼ ਅਸੀਂ 1 ਕੀਤੀਆਂ ਸੀ ਦੋਨਾਂ ਤੇ ਹਾਈ ਸਿਗਨਲ ਅਪਲਾਈ ਕਰਦੇ ਆ ਤੇ ਫਿਰ ਸਾਡੇ ਕੋਲ ਇਨਵੈਲਿਡ ਸਟੇਟ ਆ ਜਾਂਦੀ ਸੀਗੀ ਸਟੇਟ ਇਨਵੈਲਿਡ ਆ ਜਾਂਦੀ ਸੀ ਮਤਲਬ ਇਨਵੈਲਿਡ ਕਿਉਂ ਆਉਂਦੀ ਸੀ ਕਿਉਂਕਿ ਦੋਨਾਂ ਤੇ ਆਉਟਪੁੱਟ ਜਿਹੜੀ ਉਹ ਸੇਮ ਵੇ ਨਾਲ ਆ ਜਾਂਦੀ ਹੈ ਜਦ ਕਿ ਆਣੀ ਕੀ ਚਾਹੀਦੀ ਸੀ ਜੇ ਇੱਥੇ 1 ਤੇ ਇੱਥੇ 0 ਨਾ ਚਾਹੀਦਾ ਸੀ ਦੋਨਾਂ ਤੇ ਹੀ 1 ਆ ਗਈ ਮਤਲਬ ਦੋਨਾਂ ਤੇ ਹੀ 1 ਆਈ ਜੋ ਪੋਸੀਬਲ ਨਹੀਂ ਹੈਗਾ ਫਲਿਪ ਫਲॉप ਲਈ ਇਸ ਲਈ ਇਹ ਇਨਵੈਲਿਡ ਸਟੇਟ ਹੈ ਇਹ ਸਟੇਟ ਜਿਹੜੀ ਹੈ ਉਹ ਵੈਲਿਡ ਨਹੀਂ ਹੈਗੀ ਇਸ ਸਟੇਟ ਨੂੰ ਅਸੀਂ ਡੀ ਫਲਿਪ ਫਲॉप ਦੇ ਵਿੱਚ ਥੋੜਾ ਕਿ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਡੀ ਫਲਿਪ ਫਲॉप ਨੂੰ ਅਸੀਂ ਇੱਕ ਜਸਟ ਅਸੀਂ ਕਹਿ ਸਕਦੇ ਹਾਂ ਸਲਾਈਟ ਮੋਡੀਫਿਕੇਸ਼ਨ ਹੈਗੀ ਆ ਐਸਆਰ ਫਲਿਪ ਫਲॉप ਦੀ ਹੁਣ ਨੈਕਸਟ ਇਸ ਨੂੰ ਅਸੀਂ ਡੀ ਫਲਿਪ ਫਲॉप ਨੂੰ ਅਸੀਂ ਇੱਕ ਡਾਟਾ ਫਲਿਪ ਫਲॉप ਵੀ ਕਹਿ ਸਕਦੇ ਹਾਂ ਜਾਂ ਡੀਲੇ ਫਲਿਪ ਫਲॉप ਵੀ ਕਹਿ ਸਕਦੇ ਹਾਂ ਕਿਉਂ ਕਹਿ ਸਕਦੇ ਹਾਂ ਦੇਖੋ ਤੁਸੀਂ
ਆ ਲੌਜਿਕ ਸਿੰਬਲ ਹੈਗਾ ਤੇ ਸਰਕਟ ਡਾਇਗਰਾਮ ਹੈਗਾ ਡੀ ਫਲਿਪ ਫਲॉप ਦਾ। ਲੌਜਿਕ ਸਿੰਬਲ ਦੇਖੋ ਕਿ ਇਹਦੇ ਵਿੱਚ ਅਸੀਂ ਓਨਲੀ ਇੱਕੋ ਹੀ ਇਨਪੁਟ ਅਪਲਾਈ ਕਰਨੀ ਆ ਤੇ ਇੱਕ ਕਲੌਕ ਸਿਗਨਲ ਅਪਲਾਈ ਕੀਤਾ, ਕਿਉਂਕਿ ਫਲਿਪ ਫਲॉप ਆ ਇਹਦੇ ਚ ਕਲੌਕ ਸਿਗਨਲ ਅਸੀਂ ਅਪਲਾਈ ਕਰਾਂਗੇ। ਸੇਮ ਇਦਾਂ ਦੋ ਆਊਟਪੁੱਟਸ ਹੈਗੀਆਂ Q ਤੇ Q ਦਾ ਕੰਪਲੀਮੈਂਟ, ਜੇ 0 ਆ ਤੇ ਇਹ ਕੀ ਹੋਣਾ ਚਾਹੀਦਾ ਆ 1 ਹੋਣੀ ਚਾਹੀਦੀ ਆ। ਹੁਣ ਦੇਖੋ ਇਹਦੇ ਵਿੱਚ ਅਸੀਂ ਕੀਤਾ ਕੀ ਆ, ਸੇਮ ਸਾਡੇ ਕੋਲ RS ਫਲਿਪ ਫਲॉप ਹੈ, ਦੇਖੋ ਸੇਮ ਵੇ ਨਾ ਸਾਡੇ ਕੋਲ ਇੱਥੋਂ ਤੱਕ ਆਹ ਵਾਲਾ ਜਿਹੜਾ ਮੈਂ ਡਾਟਡ ਕੀਤਾ ਹੋਇਆ ਇਹ ਕੀ ਹੈਗਾ ਸਾਡੇ ਕੋਲ ਇੰਨਾ SR ਫਲਿਪ ਫਲॉप ਹੈ ਜੋ ਅਸੀਂ ਪਹਿਲਾਂ ਡਿਸਕਸ ਕੀਤਾ। ਇਹਨੂੰ ਅਸੀਂ S ਤੇ R ਆਹ ਵਾਲੀ ਇੱਕ ਇਨਪੁਟ ਹੋ ਗਈ, ਇੱਕ ਇਹ ਵਾਲੀ ਇਨਪੁਟ ਹੋ ਗਈ, ਦੋਨਾਂ ਇਨਪੁਟਸ ਨੂੰ ਅਸੀਂ ਇੱਕੋ ਹੀ ਕਰ ਦਿੱਤਾ। ਕਿਸ ਤਰ੍ਹਾਂ ਕਰ ਦਿੱਤਾ, ਇੱਕ ਇਨਵਰਟਰ ਲਾ ਕੇ, ਮਤਲਬ ਨੋਟ ਗੇਟ ਲਗਾ ਕੇ। ਨੋਟ ਗੇਟ ਨੇ ਕੀ ਕਰਨਾ ਹੈ, ਨੋਟ ਗੇਟ ਦਾ ਹੀ ਕੰਮ ਹੈ ਕਿ ਇਹਨੇ ਇਨਵਰਟ ਕਰ ਦੇਣਾ। ਮਤਲਬ ਮੰਨ ਲਓ ਜੇ ਇੱਥੇ ਅਸੀਂ ਡਾਟਾ ਜਿਹੜਾ ਵਾ ਅਸੀਂ ਇੱਥੇ 1 ਦਿੰਨੇ ਆ, ਇੱਥੇ ਵੀ ਸਾਡੇ ਕੋਲ 1 ਜਾਏਗੀ, ਇੱਥੇ ਵੀ ਸਾਡੇ ਕੋਲ ਇਨਪੁਟ 1 ਆ ਰਹੀ ਹੈ ਤੇ ਇਹ ਵਾਲੀ 1 ਜਿਹੜੀ ਇੱਥੋਂ ਤੱਕ ਤਾਂ 1 ਆ ਰਹੀ ਹੈ, ਇੱਥੋਂ ਤੱਕ ਤੇ 1 ਆ ਰਹੀ ਹੈ। ਪਰ ਨੋਟ ਗੇਟ ਦਾ ਹੀ ਕੰਮ ਹੈ। ਨੋਟ ਗੇਟ ਦਾ ਕੰਮ ਕੀ ਹੈ, ਨੋਟ ਗੇਟ ਨੇ ਕਰਨਾ ਕਿ ਜੇ 1 ਆ ਤੇ ਇੱਥੇ 0 ਕਰ ਦੂਗਾ, 0 ਆ ਤੇ 1 ਕਰ ਦੇਗਾ। ਇੱਥੇ ਵੀ ਕੀ ਦੇਗਾ, ਇਹ ਇੱਥੇ ਵੀ ਸਾਡੇ ਕੋਲ 1 ਆ ਤੇ ਇੱਥੇ ਕੀ ਆ ਜਾਏਗਾ, ਸਾਡੇ ਕੋਲ 0 ਆ ਜਾਏਗਾ। ਸੋ ਇਸ ਤਰ੍ਹਾਂ ਨਾਲ ਡੀ ਫਲਿਪ ਫਲॉप ਕਿਸ ਤਰ੍ਹਾਂ ਅਸੀਂ ਕੰਸਟਰਕਟ ਕੀਤਾ ਕਿ ਦੋ ਜਿਵੇਂ RS ਫਲਿਪ ਫਲॉप ਸੀਗਾ, ਦੋਨੋਂ ਜਿਹੜੇ S ਤੇ R ਦੀਆਂ ਦੋਨੋਂ ਇਨਪੁਟਸ ਨੂੰ ਅਸੀਂ ਇੱਕੋ ਹੀ ਕਰ ਦਿੱਤਾ। ਇੱਕੋ ਕਿਵੇਂ ਕੀਤਾ, ਵਿਦ ਨੋਟ ਗੇਟ, ਇੱਕ ਜਸਟ ਇੱਕ ਨੋਟ ਗੇਟ ਲਗਾਤਾ, ਇੱਕੋ ਅਸੀਂ ਡਾਟਾ ਜਿਹੜਾ ਇੱਕੋ ਹੀ ਡਾਟਾ ਜਿਹੜਾ ਇੱਕੋ ਇਨਪੁਟ ਅਸੀਂ ਅਪਲਾਈ ਕਰਾਂਗੇ ਇਹਦੇ ਤੇ, ਉਹੀ ਇਨਪੁਟ ਜਿਹੜੀ ਆ ਉਹ ਇਹਨੂੰ ਜਾਏਗੀ, ਉਹੀ ਉਹ ਡਾਟਾ ਜਿਹੜਾ ਇੱਥੋਂ ਅਸੀਂ ਦਾਂਗੇ, ਉਹੀ ਉਹ ਡਾਟਾ ਜਿਹੜਾ ਉਹ ਇਸ ਸਰਕਟ ਨੂੰ ਜਾਏਗਾ ਜਾਂ ਇਸ ਗੇਟ ਨੂੰ ਜਾਏਗਾ। ਸੋ ਅਸੀਂ ਇਸ ਨੂੰ ਇਸ ਲਈ ਕਹਿ ਦਿੰਦੇ ਹਾਂ ਕਿ ਇਹ ਕੀ ਡਾਟਾ ਫਲਿਪ ਫਲॉप ਹੈਗਾ। ਇਸ ਨੂੰ ਅਸੀਂ ਡਾਟਾ ਫਲਿਪ ਫਲॉप ਵੀ ਕਹਿ ਸਕਦੇ ਹਾਂ, ਡੀ ਫਲਿਪ ਫਲॉप ਨੂੰ ਡਾਟਾ ਫਲਿਪ ਫਲॉप ਵੀ ਕਹਿ ਸਕਦੇ ਹਾਂ, ਕਿਉਂਕਿ ਡਾਟਾ ਜਿਹੜਾ ਇੱਕੋ ਡਾਟਾ ਜਿਹੜਾ ਉਹ ਸੇਮ ਵੇ ਨਾ ਦੋਨੋਂ ਪਾਸੇ ਜਾ ਰਿਹਾ ਆ, ਸਾਨੂੰ ਦੋ ਅਲੱਗ-ਅਲੱਗ ਡਾਟਾ ਦੇਣ ਦੀ ਲੋੜ ਨਹੀਂ ਹੈਗੀ ਇਹਦੇ ਚ। In D flip flop we can eliminate invalid condition, ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ S1 ਤੇ R1 ਜਦੋਂ ਆ ਜਾਂਦਾ ਸੀ ਤੇ ਉਹਦੇ ਲਈ ਇੱਕ invalid condition ਆ ਜਾਂਦੀ ਸੀ। ਇਹਨੂੰ ਐਕਸਪਲੇਨ ਕਰਦੇ ਹਾਂ ਅੱਗੇ। ਦੇਖੋ ਬੜੇ, ਜਿਵੇਂ S ਇੱਥੇ ਮੰਨ ਲੈਂਦੇ ਹਾਂ ਸਾਡੇ ਕੋਲ ਕਲੌਕ ਪਲਸ ਮੰਨ ਲਓ ਸਾਡੇ ਕੋਲ ਪਹਿਲਾਂ 0 ਹੈਗੀ ਆ, ਮੈਂ ਮੰਨ ਲੈਣਾ ਕਲੌਕ ਪਲਸ ਸਾਡੇ ਕੋਲ ਲੋ ਹੈ, ਇੱਥੇ ਮੈਂ 1 ਅਪਲਾਈ ਕਰ ਦੇਣਾ, ਇੱਥੇ ਮੈਂ 1 ਅਪਲਾਈ ਕਰ ਦਿੰਦਾ। ਜਦੋਂ ਇੱਥੇ ਮੈਂ 1 ਅਪਲਾਈ ਕਰਾਂਗਾ ਤੇ ਇੱਥੇ ਤੱਕ ਤਾਂ ਸਾਡੇ ਕੋਲ 1 ਆ ਰਿਹਾ, ਇੱਥੇ ਜਾ ਕੇ ਨੋਟ ਗੇਟ ਨਹੀਂ ਕਰ ਦੇਣਾ, ਇਹਨੂੰ ਇਨਵਰਟ ਕਰ ਦੇਣਾ, 0 ਹੋ ਜਾਏਗਾ। ਤੇ ਇੱਥੇ ਕੀ ਆ ਰਿਹਾ ਸਾਡੇ ਕੋਲ 1, ਇੱਥੇ ਕੀ ਆ ਰਿਹਾ ਸਾਡੇ ਕੋਲ ਇਸ ਇਨਪੁਟ ਤੇ ਆਹ ਵਾਲੀ ਗੇਟ ਨੂੰ, ਨੈਂਡ ਗੇਟ ਨੂੰ, ਇਹਨੂੰ ਕੀ ਮਿਲਿਆ 1 ਤੇ ਇਹਨੂੰ ਕੀ ਮਿਲ ਰਹੀ ਹੈ ਇਨਪੁਟ 0। ਸਾਨੂੰ ਪਤਾ ਹੈ ਕਿ ਇਹ ਸਾਡਾ ਇੱਕ SR ਫਲਿਪ ਫਲॉप ਦੀ ਤਰ੍ਹਾਂ ਹੀ ਬਣ ਗਿਆ। SR ਫਲਿਪ ਫਲॉप ਤੇ ਸਾਨੂੰ ਕੀ ਮਿਲ ਗਿਆ ਇੱਥੇ ਤੱਕ, ਹੁਣ ਆ ਅੱਗੇ ਸਾਡਾ SR ਫਲਿਪ ਫਲॉप ਦੀ ਤਰ੍ਹਾਂ ਕੰਮ ਕਰੇਗਾ। ਜਦੋਂ SR ਫਲਿਪ ਫਲॉप ਦੇ ਵਿੱਚ S1 ਹੁੰਦਾ ਤੇ R 0 ਹੁੰਦਾ, ਆ SR ਫਲਿਪ ਫਲॉप ਦਾ ਟਰੁਥ ਟੇਬਲ ਹੈ ਸਾਡੇ ਕੋਲ। S ਜਦੋਂ ਦੇਖੋ 1 ਸੀਗਾ ਤੇ R 0 ਹੈ, S1 ਤੇ R 0 ਆ, ਦੇ S1 ਤੇ R 0 ਆ। ਬਟ ਕਲੌਕ ਪਲਸ ਕੀ ਹੈ, ਲੋ ਹੈ। ਕਲੌਕ ਪਲਸ ਕੀ ਹੈ, ਦੇਖੋ ਲੋ, ਇਹ ਦੇਖਣੀ ਹੈ ਕਲੌਕ ਪਲਸ ਲੋ ਹੈ ਤੇ ਆਊਟਪੁੱਟ ਇੱਥੇ ਇਨਪੁਟ ਅਸੀਂ 1 ਦੇ ਦਈਏ ਚਾਹੇ 0 ਦੇ ਦਈਏ, ਕੋਈ ਫਰਕ ਨਹੀਂ ਪੈਣਾ, ਉਹ ਸਾਡਾ ਪ੍ਰੀਵੀਅਸ ਸਟੇਟ ਦੇ ਵਿੱਚ ਹੀ ਨੋ ਚੇਂਜ ਹੋਏਗੀ ਜਿਵੇਂ ਅਸੀਂ RS ਫਲਿਪ ਫਲॉप ਦੇ ਵਿੱਚ ਕੀਤਾ ਸੀਗਾ। ਹੁਣ ਜੇ ਅਸੀਂ ਕਲੌਕ ਪਲਸ ਇੱਥੇ ਮੰਨ ਲੈਂਦੇ ਆ ਵੀ ਅਸੀਂ ਹਾਈ ਅਪਲਾਈ ਕਰ ਦਿੰਦੇ, ਇੱਥੇ ਮੈਂ ਹਾਈ ਅਪਲਾਈ ਕਰ ਦਿੰਦਾ, ਉਹ ਹਾਈ ਜਿਹੜਾ ਉਹ ਇੱਥੇ ਵੀ ਜਾਏਗਾ ਹਾਈ, ਉਸ ਕਲੌਕ ਜਿਹੜਾ ਉਹ ਇੱਥੇ ਵੀ ਸਾਡੇ ਕੋਲ ਹਾਈ ਜਾਏਗਾ। ਹੁਣ ਦੇਖੋ ਇੱਥੇ ਮੈਂ 1 ਅਪਲਾਈ ਕਰ ਦਿੰਦਾ, ਜਦੋਂ 1 ਅਪਲਾਈ ਕੀਤਾ ਤੇ 1 ਜਿਹੜਾ ਉਹ ਇੱਥੇ ਆ ਗਿਆ, ਜਦੋਂ 1 ਉਹ ਸੇਮ ਡਾਟਾ ਜਿਹੜਾ ਇੱਧਰ ਨੂੰ ਆ ਰਿਹਾ, ਇੱਥੋਂ ਜਿਹੜਾ ਡਾਟਾ ਅਸੀਂ ਇਨਪੁਟ ਤੇ ਦਿੱਤਾ ਹੋਇਆ ਉਹ ਵਾਲਾ ਇੱਥੋਂ ਤੱਕ ਤੇ 1 ਆਇਆ, ਇਹਨੇ ਜਾ ਕੇ ਇਹਨੂੰ ਇਨਵਰਟ ਕਰਤਾ, ਇਨਵਰਟ ਕਰਕੇ ਮਤਲਬ ਇੱਥੇ 0 ਹੋ ਗਿਆ। ਤੇ SR ਨੂੰ ਅਸੀਂ ਦੇਖੀਏ ਕਿ ਜਦੋਂ ਇਹ 1 ਹੋਏ, ਕਲੌਕ ਪਲਸ ਹਾਈ ਆ, S1 ਆ ਤੇ R 0 ਆ, S1 ਤੇ R 0 ਆ ਤੇ ਸਾਡੇ ਕੋਲ ਆਊਟਪੁੱਟ ਕੀ ਆਂਦੀ ਆ 1 ਆਂਦੀ ਆ। ਇਸੇ ਤਰ੍ਹਾਂ ਹੀ ਅਸੀਂ ਇੱਥੇ ਮੈਂ ਡੀ ਫਲਿਪ ਫਲॉप ਦੇ ਵਿੱਚ ਇਹਦਾ ਟਰੁਥ ਟੇਬਲ 'ਚ ਕੀ ਹੋਏਗਾ ਕਿ ਜਦੋਂ S ਕਲੌਕ ਹਾਈ ਆ ਤੇ D ਅਸੀਂ ਮੰਨ ਲਓ ਇੱਥੇ ਆਹ ਨੂੰ ਦੇਖੋ D1 ਆ ਤੇ ਸਾਡੇ ਕੋਲ Q ਕੀ ਆ ਰਿਹਾ 1 ਆ ਰਿਹਾ, Q ਕੀ ਆ ਰਿਹਾ ਸਾਡੇ ਕੋਲ ਆਊਟਪੁੱਟ ਕੀ ਆ ਰਹੀ ਹੈ 1 ਆ ਰਹੀ ਹੈ। ਹੁਣ ਮੰਨ ਲੈਂਦੇ ਆ ਇੱਥੇ 0 ਆ ਸਾਡੇ ਕੋਲ, ਇੱਥੇ ਅਸੀਂ 0 ਅਪਲਾਈ ਕੀਤਾ, ਇਹ ਵਾਲਾ 0 ਜਿਹੜਾ ਹੁਣ ਉਹ
ਸੇਮ ਵੇ ਨਾਲ ਇੱਥੇ ਚਲੇ ਜਾਏਗਾ, ਇਸ ਇਨਪੁਟ ਤੇ ਚਲਾ ਜਾਏਗਾ। ਆਹ ਵਾਲਾ 0 ਆ, ਇੱਥੋਂ ਤੱਕ ਤਾਂ 0 ਹੀ ਆਏਗਾ, ਬਟ ਆਹ ਵਾਲਾ ਨੋਟ ਗੇਟ ਇਹਨੂੰ ਇਨਵਰਟ ਕਰ ਦੇਗਾ, ਇਹ 1 ਆ ਜਾਏਗਾ ਇੱਥੇ। ਤੇ ਅੱਗੇ ਇਹਨੇ ਕਿਸ ਤਰ੍ਹਾਂ ਨਾਲ ਕੰਮ ਕਰਨਾ, RS ਫਲਿਪ ਫਲॉप ਦੀ ਤਰ੍ਹਾਂ ਹੀ ਕੰਮ ਕਰਨਾ ਹੈ। ਤੇ RS ਫਲਿਪ ਫਲॉप ਦੇ ਵਿੱਚ ਜਦੋਂ S0 ਆ ਤੇ R1 ਆ, S0 ਆ ਤੇ R1 ਹੈ, ਤਾਂ ਫਿਰ ਜਿਹੜੀ ਆਉਟਪੁੱਟ ਕੀ ਆਉਂਦੀ ਸਾਡੀ Q ਆਉਂਦੀ ਹੈ, ਆਉਟਪੁੱਟ ਕੀ ਆਉਂਦੀ ਹੈ 0 ਆਉਂਦੀ ਹੈ। ਇਸ ਤਰ੍ਹਾਂ ਨਾਲ ਜਦੋਂ D ਸਾਡੇ ਕੋਲ ਅਸੀਂ 0 ਹੈ ਤੇ ਆਉਟਪੁੱਟ ਵੀ ਸਾਡੇ ਕੋਲ 0 ਆਉਂਦੀ ਹੈ। ਇਹਦਾ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਅਸੀਂ ਇੱਥੇ D ਤੇ ਇਨਪੁਟ ਦਿੰਨੇ ਆ, ਆਉਟਪੁੱਟ ਸਾਨੂੰ ਉਸੇ ਵੇ ਨਾਲ ਮਿਲ ਜਾਂਦੀ ਹੈ। ਜੇ ਅਸੀਂ ਇੱਥੇ 1 ਅਪਲਾਈ ਕਰਦੇ ਹਾਂ ਤੇ ਆਉਟਪੁੱਟ ਸਾਡੇ ਕੋਲ ਕੀ ਆਉਂਦੀ ਹੈ 1 ਆਉਂਦੀ ਹੈ। ਜੇ ਅਸੀਂ ਇੱਥੇ 0 ਅਪਲਾਈ ਕਰਦੇ ਹਾਂ ਤੇ ਆਉਟਪੁੱਟ ਸਾਡੇ ਕੋਲ ਕੀ ਆ ਜਾਂਦੀ ਹੈ 0 ਆ ਜਾਂਦੀ ਹੈ। ਸੋ ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਓਨਲੀ ਉਹ ਜਿਹੜੀ ਅਸੀਂ 1 ਅਪਲਾਈ ਕਰਦੇ ਸੀਗੇ ਜਿਹਦੇ ਨਾਲ ਸਾਡੇ ਕੋਲ RS ਫਲਿਪ ਫਲॉप ਦੇ ਵਿੱਚ ਉਹ ਪ੍ਰੋਬਲਮ ਆਈ ਸੀਗੀ ਕਿ ਇਨਵੈਲਿਡ ਸਟੇਟ ਦੀ, ਉਹ ਜਿਹੜੀ ਇਹਦੇ ਵਿੱਚ ਐਲੀਮੀਨੇਟ ਹੋ ਗਈ ਹੈ, ਕਿਉਂਕਿ ਅਸੀਂ ਇਹਦੇ ਚ ਇਨਪੁਟ ਇੱਕੋ ਹੀ ਦੇ ਰਹੇ ਹਾਂ ਡਾਟਾ ਤੇ। ਇੱਥੇ ਜਸਟ D ਤੇ ਅਸੀਂ ਇੱਕੋ ਹੀ ਇਨਪੁਟ ਦੇ ਰਹੇ ਹਾਂ, ਇਹਦੇ ਵਿੱਚ ਸਾਨੂੰ ਕਿਤੇ ਵੀ ਨਹੀਂ ਮਿਲਣਾ। ਜਾਂ ਤਾਂ ਅਸੀਂ 0 ਕਰਾਂਗੇ ਇੱਥੇ ਤੇ ਇਹ 0 ਇੱਥੇ ਹੋ ਗਿਆ, ਤੇ ਇਹ ਸੇਮ ਵੇ ਨਾਲ ਇੱਥੇ ਸਾਡੇ ਕੋਲੇ 1 ਆ ਗਿਆ। ਜੇ ਅਸੀਂ ਇੱਥੇ 1 ਦੇ ਰਹੇ ਹਾਂ ਤੇ ਇੱਥੇ ਸਾਡੇ ਕੋਲ ਇਹ 1 ਆ ਗਿਆ, ਤੇ ਇੱਥੇ ਇਹਨੇ ਇਨਵਰਟ ਕਰ ਦੇਣਾ, ਇਹਨੂੰ 0 ਆ ਜਾਏਗਾ। ਸੋ ਕਿਤੇ ਵੀ ਉਹ ਪੋਸੀਬਿਲਿਟੀਜ਼ ਨਹੀਂ ਬਣਨੀਆਂ ਕਿ ਜਿਵੇਂ ਸਾਡੇ ਕੋਲ RS ਫਲਿਪ ਫਲॉप ਦੇ ਵਿੱਚ ਪ੍ਰੋਬਲਮ ਆਈ ਸੀ, ਉਹ ਪ੍ਰੋਬਲਮ ਜਿਹੜੀ ਇਹਦੇ ਵਿੱਚ ਨਹੀਂ ਆਈ। ਇਸ ਨੂੰ ਅਸੀਂ D ਫਲਿਪ ਫਲॉप ਨਾਲ ਜਿਹੜਾ ਐਲੀਮੀਨੇਟ ਕਰ ਦਿੱਤਾ। ਸੋ ਜੇ ਪੇਪਰ 'ਚ ਕੁਐਸਚਨ ਆ ਜਾਏ ਤਾਂ ਇਸ ਤਰ੍ਹਾਂ ਆ ਸਕਦਾ ਕਿ D ਫਲਿਪ ਫਲॉप ਨੂੰ ਅਸੀਂ ਡਾਟਾ ਫਲਿਪ ਫਲॉप ਵੀ ਕਹਿ ਸਕਦੇ ਹਾਂ। D ਫਲਿਪ ਫਲॉप ਜਿਹੜੀ ਆਉਟਪੁੱਟ ਹੈ ਉਹ ਕਿਵੇਂ ਕਰੇਗੀ, ਜੋ ਡਾਟਾ ਤੇ ਸਾਡੇ ਕੋਲ ਜੋ ਅਸੀਂ ਡਾਟਾ ਅਸੀਂ ਜੋ ਦਾਂਗੇ ਸੇਮ ਵੇ ਨਾਲ ਸਾਡੇ ਕੋਲ ਆਉਟਪੁੱਟ ਆਏਗੀ। ਜੇ ਡਾਟਾ ਅਸੀਂ 0 ਅਪਲਾਈ ਕਰਾਂਗੇ ਤੇ ਉਹ 0 ਹੀ ਆਏਗੀ, ਜੇ ਅਸੀਂ ਡਾਟਾ 1 ਇਨਪੁਟ ਅਪਲਾਈ ਕਰਾਂਗੇ ਤਾਂ ਸਾਡੇ ਕੋਲ ਆਉਟਪੁੱਟ ਵੀ 1 ਆਏਗੀ। ਸੇਮ ਵੇ ਨਾਲ ਦਾ ਮੈਂ ਟਰੂਥ ਟੇਬਲ ਬਣਾਇਆ ਹੋਇਆ। ਜੇ ਬੇਟੇ ਨੈਕਸਟ ਮੈਂ ਇਹ ਗੱਲ ਕਹਿਣਾ ਚਾਹੁੰਦਾ, ਮੰਡੇ ਨੂੰ ਜਿਹੜਾ ਮੇਰਾ ਲੈਕਚਰ ਹੋਏਗਾ ਉਹ JK ਫਲਿਪ ਫਲॉप ਤੇ ਮਾਸਟਰ ਸਲੇਵ ਫਲਿਪ ਫਲॉप ਤੇ ਹੋਏਗਾ। ਨੈਕਸਟ ਹੈ ਇਹਦੀ ਐਪਲੀਕੇਸ਼ਨਸ ਹੈ ਫਲਿਪ ਫਲॉप्स ਦੀ, ਕਿੱਥੇ ਅਸੀਂ ਯੂਜ਼ ਕਰਦੇ ਇਹਨਾਂ ਨੂੰ ਮੈਮਰੀ ਸਰਕਟਸ ਦੇ ਵਿੱਚ, ਕਿਉਂਕਿ ਮੈਮਰੀ ਡਿਵਾਈਸਸ ਹੈਗੇ ਨੇ। ਸੋ ਅਸੀਂ ਇਸ ਨੂੰ ਮੈਮਰੀ ਸਰਕਟਸ ਦੇ ਵਿੱਚ ਯੂਜ਼ ਕਰਦੇ ਹਾਂ। ਅੱਗੇ ਡਿਜੀਟਲ ਇਲੈਕਟ੍ਰੋਨਿਕਸ ਦੇ ਵਿੱਚ ਜਿਵੇਂ ਕਾਊਂਟਰ ਸਰਕਟ ਆਉਂਦੇ ਨੇ ਕਿ ਜਿੱਦਾਂ ਕਾਊਂਟ ਕਰਦੇ ਨੇ, ਉਹ ਕਾਊਂਟਰ ਸਰਕਟ ਦੇ ਵਿੱਚ ਸ਼ਿਫਟ ਰਜਿਸਟਰ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਕਿ ਡਾਟਾ ਨੂੰ ਜਿੰਨੇ ਸ਼ਿਫਟ ਕਰਨਾ ਹੁੰਦਾ ਲੈਫਟ ਨੂੰ ਜਾਂ ਰਾਈਟ ਨੂੰ ਜਾਂ ਅਪ ਜਾਂ ਡਾਊਨ ਸ਼ਿਫਟ ਕਰਦਾ ਡਾਟਾ, ਇਹਨਾਂ ਦੇ ਵਿੱਚ ਇਹਦੀ ਜਿਹੜੀ ਹੈ ਜ਼ਰੂਰਤ ਪੈਂਦੀ ਹੈ ਫਲਿਪ ਫਲॉप्स ਦੀ।